ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਸੋ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਘਰ ਦੇ ਵਿੱਚ। ਮੈਂ ਸੰਦੀਪ ਕੌਰ ਸਪੇਨ ਤੋਂ। ਤੁਹਾਨੂੰ ਜਿੱਦਾਂ ਪਤਾ ਹੈ ਕਿ ਹਰ ਵੀਕ ਮੈਂ ਆਪਣਾ ਲਾਈਵ ਲੈ ਕੇ ਆਉਂਦੀ ਹਾਂ ਆਪਣੇ ਇੱਕ ਬਿਜ਼ਨਸ ਪਾਰਟਨਰ ਦੇ ਨਾਲ, ਜੋ ਕਿ ਅਸੀਂ ਤੁਹਾਨੂੰ ਆਪਣੇ ਬਿਜ਼ਨਸ ਬਾਰੇ ਕੋਈ ਨਾ ਕੋਈ ਹਰ ਵਾਰੀ ਇੱਕ ਨਵੀਂ ਕਹਿੰਦੇ ਹੁੰਦੇ ਨੇ ਬਿਜ਼ਨਸ ਬਾਰੇ ਦੱਸਦੇ ਹਾਂ। ਤੇ ਅੱਜ ਸਾਡੇ ਨਾਲ ਨੇ ਰਣਜੀਤ ਕੌਰ ਮਾਣੀ, ਜਿਹੜੇ ਕਿ ਇਟਲੀ ਤੋਂ ਨੇ। ਪਹਿਲੇ ਉਹ ਟੀਚਰ ਸੀ, ਹੁਣ ਉਹ ਬਿਜ਼ਨਸ ਓਨਰ ਨੇ। ਅੱਜ ਉਹਨਾਂ ਦੀ ਜਰਨੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਚਲੋ ਤੁਹਾਨੂੰ ਮਿਲਾਉਂਦੇ ਆ ਰਣਜੀਤ ਮਾਣੀ ਨਾਲ ਫਰੋਮ ਇਟਲੀ। ਸਤਿ ਸ਼੍ਰੀ ਅਕਾਲ ਰਣਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੋਸਟ ਵੈਲਕਮ ਤੁਹਾਡਾ ਸਾਡੇ ਪੇਜ ਦੇ ਉੱਤੇ। ਤੁਹਾਡਾ ਬਹੁਤ-ਬਹੁਤ ਥੈਂਕ ਯੂ ਆਪਣੇ ਪੇਜ ਦੇ ਉੱਤੇ ਇਨਵਾਈਟ ਕਰਨ ਲਈ। ਬਹੁਤ-ਬਹੁਤ ਥੈਂਕ ਯੂ ਤੁਹਾਡਾ। ਹਾਂਜੀ ਰਣਜੀਤ, ਜਿੱਦਾਂ ਆਪਾਂ ਤੇ ਤੁਹਾਨੂੰ ਜਾਣਦੇ ਹਾਂ ਕਿ ਤੁਸੀਂ ਕੌਣ ਹੋ, ਕਿੱਥੋਂ ਹੋ, ਤੇ ਜਿੱਦਾਂ ਸਾਡੇ ਵਿਊਅਰਸ ਦੇਖ ਰਹੇ ਨੇ ਜਾਂ ਜਿਹੜੇ ਬਾਅਦ ਚ ਦੇਖਣਗੇ, ਉਹਨਾਂ ਨੂੰ ਤੁਸੀਂ ਆਪਣਾ ਪਹਿਲਾਂ ਇੰਟਰੋਡਕਸ਼ਨ ਦਿਓ ਕਿ ਰਣਜੀਤ ਮਾਣੀ ਕੌਣ ਨੇ। ਹਾਂਜੀ, ਜ਼ਰੂਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰਣਜੀਤ ਮਾਣੀ ਇਟਲੀ ਤੋਂ। ਮੈਂ ਬੇਸਿਕਲੀ ਪੰਜਾਬ ਤੋਂ ਆ, ਇੰਡੀਆ ਤੋਂ। ਤੇ ਜਿੱਥੇ ਮੈਂ ਐਜ਼ ਏ ਟੀਚਰ ਜੌਬ ਕਰਦੀ ਸੀ, ਬਟ ਜਦੋਂ ਮੈਂ ਇਟਲੀ ਆਈ ਹਾਂ ਤੇ ਇੱਥੇ ਕੀ ਹੈ ਕਿ ਲੈਂਗੁਏਜ ਦਾ ਇਸ਼ੂ ਹੋ ਜਾਂਦਾ, ਕਿਉਂਕਿ ਇੱਥੇ ਇਟਾਲੀਅਨ ਲੈਂਗੁਏਜ ਹੈ ਔਰ ਅਸੀਂ ਆਪਣੀ ਮਦਰ ਟੰਗ ਦੇ ਵਿੱਚ ਇੰਗਲਿਸ਼ ਦੇ ਵਿੱਚ ਪੜ੍ਹੇ ਹੁੰਦੇ ਆ, ਤੇ ਇੱਥੇ ਆ ਕੇ ਸਾਨੂੰ ਸਾਰਾ ਕੁਝ ਸਾਡਾ ਜ਼ੀਰੋ ਹੋ ਜਾਂਦਾ ਆ। ਫਿਰ ਜਦੋਂ ਜੇ ਇੱਥੇ ਆ ਕੇ ਪ੍ਰੋਫੈਸ਼ਨ ਨੂੰ ਅਸੀਂ ਕੰਟੀਨਿਊ ਕਰੀਏ ਤਾਂ ਪਹਿਲਾਂ ਸਾਨੂੰ ਇੱਥੇ ਦੀ ਪਹਿਲਾਂ ਲੈਂਗੁਏਜ ਦੇ ਵਿੱਚ ਆਪਣੇ ਆਪ ਨੂੰ ਪਹਿਲਾਂ ਉਹੋ ਜਿਹੇ ਕਾਬਿਲ ਬਣਾਉਣਾ ਪੈਂਦਾ ਕਿ ਅਸੀਂ ਉਸ ਪ੍ਰੋਫੈਸ਼ਨ ਦੇ ਵਿੱਚ ਅੱਗੇ ਵੱਧ ਸਕੀਏ। ਸੋ ਉਹਦਾ ਕਾਫੀ ਲੰਬਾ ਪ੍ਰੋਸੈਸ ਸੀ, ਪੂਰੀ ਸਟੱਡੀ ਕਰਨੀ ਪੈਣੀ ਸੀ, ਫਿਰ ਮੈਂ ਆਪਣੇ ਪ੍ਰੋਫੈਸ਼ਨ ਨੂੰ ਅੱਗੇ ਕਰ ਸਕਦੀ ਸੀ, ਜੋ ਕਿ ਮੈਨੂੰ ਥੋੜਾ ਮੁਸ਼ਕਿਲ ਵੀ ਲੱਗ ਰਿਹਾ ਸੀ ਕਿਉਂਕਿ ਇਟਾਲੀਅਨ ਤਾਂ ਬਿਲਕੁਲ ਵੀ ਨਹੀਂ ਸੀ ਆਉਂਦੀ। ਪਰ ਹੁਣ ਹੈ ਕਿ ਚਲੋ ਕਲਾਸਿਸ ਲੈਣ ਤੋਂ ਬਾਅਦ ਇਟਾਲੀਅਨ ਆਉਣੀ ਸ਼ੁਰੂ ਹੋ ਗਈ ਆ, ਬਟ ਲੰਬਾ ਪ੍ਰੋਸੈਸ ਹੋਣ ਕਰਕੇ ਮੈਂ ਆਪਣੇ ਪ੍ਰੋਫੈਸ਼ਨ ਨੂੰ ਇੱਥੇ ਕੰਟੀਨਿਊ ਨਹੀਂ ਕਰ ਸਕੀ। ਫਿਰ ਜਦੋਂ ਮੈਨੂੰ ਇਸ ਬਿਜ਼ਨਸ ਬਾਰੇ ਪਤਾ ਲੱਗਾ ਤਾਂ ਮੈਂ ਬਹੁਤ ਇਹਦੇ ਬਾਰੇ ਕਿਊਰੀਅਸ ਹੋਈ ਕਿ ਕੀ ਚੀਜ਼ ਹੈ, ਕੀ ਹੈ, ਇਹਦੇ ਬਾਰੇ ਦੇਖਣਾ ਸ਼ੁਰੂ ਕੀਤਾ। ਤੇ ਫਿਰ ਮੈਨੂੰ ਜਦੋਂ ਚੰਗਾ ਲੱਗਾ ਫਿਰ ਮੈਂ ਇਹਦੇ ਵਿੱਚ ਜੁਆਇਨ ਕਰ ਲਿਆ। ਸੋ ਇਹ ਮੇਰਾ ਬਿਲਕੁਲ ਹੀ ਇੱਕ ਹੈ, ਕਹਿ ਸਕਦੇ ਹਾਂ ਕਿ ਜੌਬ ਤੋਂ ਬਿਜ਼ਨਸ ਵੱਲ ਜਿਹੜਾ ਸ਼ਿਫਟ ਹੈ ਉਹ ਬੜਾ ਹੀ ਇੰਟਰਸਟਿੰਗ ਤੇ ਬੜਾ ਹੀ ਐਨਕਰੇਜਿੰਗ ਸੀ। ਓਕੇ ਰਣਜੀਤ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਇਹਨੂੰ ਦੇਖਿਆ ਤੇ ਫਿਰ ਤੁਸੀਂ ਇਹਦੇ ਵਿੱਚ ਆਉਣ ਦਾ ਫੈਸਲਾ ਲਿਆ। ਤੁਸੀਂ ਇਹਨੂੰ ਮੀਨਸ ਕਿੱਦਾਂ, ਕਿੱਥੇ ਦੇਖਿਆ ਸੀਗਾ, ਕਿ ਕੀ ਲੱਗਿਆ ਤੁਹਾਨੂੰ ਦੇਖ ਕੇ ਕਿ ਤੁਹਾਨੂੰ ਕਿਉਂ ਆਉਣਾ ਚਾਹੀਦਾ ਇਸ ਬਿਜ਼ਨਸ ਦੇ ਵਿੱਚ? ਜਿਵੇਂ ਤੁਹਾਨੂੰ ਪਤਾ ਕਿ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਤੇ ਤਾਂ ਐਕਟਿਵ ਹੁੰਦਾ ਹੀ ਹੈ। ਐਕਟਿਵ ਹਾਂਜੀ ਇਨ ਦਾ ਸੈਂਸ ਕਿ ਅਸੀਂ ਕੋਈ ਪੋਸਟ ਵਗੈਰਾ ਨਹੀਂ ਪਾਉਂਦੇ ਹੈਗੇ, ਉਦਾਂ ਅਸੀਂ ਐਕਟਿਵ ਨਹੀਂ ਰਹਿੰਦੇ, ਪਰ ਅਸੀਂ ਦੇਖਦੇ ਹਰ ਚੀਜ਼ ਆ। ਹਾਂਜੀ ਇਸੇ ਤਰ੍ਹਾਂ ਮੈਂ ਵੀ ਫੇਸਬੁੱਕ ਚਲਾਉਂਦੀ ਬੜੇ ਚਿਰ ਤੋਂ ਸੀ, ਪਰ ਉੱਤੇ ਜ਼ਿਆਦਾ ਐਕਟਿਵ ਨਹੀਂ ਸੀ ਰਹਿੰਦੀ, ਪਰ ਹਰੇਕ ਦੀ ਪੋਸਟ ਜ਼ਰੂਰ ਦੇਖਦੀ ਹੁੰਦੀ ਸੀ। ਇਸੇ ਤਰ੍ਹਾਂ ਹੀ ਮੈਨੂੰ ਫੇਸਬੁੱਕ ਥਰੂ ਹੀ ਇਸ ਬਿਜ਼ਨਸ ਦਾ ਪਤਾ ਲੱਗਾ। ਜਦੋਂ ਮੈਂ ਇਹਦੇ ਬਾਰੇ ਪਹਿਲਾਂ ਤਾਂ ਮੈਂ ਉਹਨੂੰ ਸਕਰੋਲ ਅਪ ਕਰ ਦਿੱਤਾ, 2-3 ਵਾਰ ਸਕਰੋਲ ਅਪ ਕੀਤਾ, ਨਹੀਂ ਇੰਟਰਸਟ ਲਿਆ, ਪਤਾ ਨਹੀਂ ਕੀ ਹੈ ਕੀ ਨਹੀਂ। ਮੋਸਟਲੀ ਸਭ ਨਾਲ ਏਦਾਂ ਹੀ ਹੁੰਦਾ ਕਿ ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ। ਸਾਰੇ ਕਰਦੇ ਆ ਕਿ ਸਕਰੋਲ ਕਰਦੇ ਰਹਿੰਦੇ ਜਦੋਂ ਕੋਈ ਵੀਡੀਓ ਆਪਣੇ ਅੱਗੇ ਬਾਰ-ਬਾਰ ਆਉਂਦਾ ਆ, ਫਿਰ ਆਪਣਾ ਹੁੰਦਾ ਆ, ਥੋੜਾ ਧਿਆਨ ਜਾਂਦਾ ਹੈ ਕਿ ਇੱਕ ਵਾਰੀ ਆਪਾਂ ਦੇਖੀਏ ਕਿ ਕੀ ਮੀਨਸ ਇਹਦੇ ਵਿੱਚ ਹੈ, ਸੁਣ ਲੈਂਦੇ ਆ। ਫਿਰ ਆਪਾਂ ਕਈ ਵਾਰ ਉਹੀ ਚੀਜ਼ਾਂ ਸਾਡੇ ਕੰਮ ਆ ਜਾਂਦੀਆਂ ਨੇ। ਹਾਂਜੀ, ਇਸੇ ਤਰ੍ਹਾਂ ਹੀ ਮੈਂ 1-2 ਵਾਰ ਇਸ ਤਰ੍ਹਾਂ ਕੀਤਾ, ਪਰ ਜਦੋਂ ਬਾਰ-ਬਾਰ ਮੇਰੇ ਅੱਗੇ ਆ ਰਹੀ ਸੀ ਤਾਂ ਫਿਰ ਮੈਂ ਕਿਹਾ ਨਹੀਂ, ਦੇਖਣਾ ਚਾਹੀਦਾ ਕਿ ਆਖਿਰ ਹੈ ਕੀ। ਫਿਰ ਜਦੋਂ ਮੈਨੂੰ ਇੱਕ ਵਾਰ ਹੋਇਆ ਕਿ ਨਹੀਂ, ਮੇਰੀ ਇੰਸਟਿੰਕਟ ਨੇ ਕਿਹਾ ਕਿ ਨਹੀਂ, ਦੇਖ ਤਾਂ ਸਹੀ, ਘੱਟੋ ਘੱਟ ਹੈ ਕੀ ਚੀਜ਼ ਹੈ ਇਹ। ਤੇ ਫਿਰ ਮੈਂ ਉਸਨੂੰ ਦੇਖਿਆ, ਉਹਦੇ ਬਾਰੇ ਪਤਾ ਕੀਤਾ, ਗੂਗਲ ਤੇ ਸਰਚ ਕੀਤੀ, ਜਿਨ੍ਹਾਂ ਨੂੰ ਮੈਂ ਦੇਖਿਆ ਉਹਨਾਂ ਨਾਲ ਕੰਟੈਕਟ ਕੀਤਾ, ਉਹਨਾਂ ਬਾਰੇ ਬਿਜ਼ਨਸ ਬਾਰੇ ਪੁੱਛਿਆ ਕਿ ਆਖਰ ਤੁਸੀਂ ਕਰਦੇ ਕੀ ਹੋ, ਕਿਸ ਚੀਜ਼ ਦਾ ਬਿਜ਼ਨਸ ਹੈ। ਫਿਰ ਪੂਰੀ ਇਨਫੋਰਮੇਸ਼ਨ ਲੈ ਆਈ, ਗੂਗਲ ਤੇ ਆਪਣੇ ਬਿਹਾਫ ਤੇ ਸਰਚ ਕੀਤਾ। ਜਦੋਂ ਮੈਨੂੰ ਲੱਗਾ ਕਿ ਨਹੀਂ, ਇਹ ਕਰਨ ਵਾਲੀ ਚੀਜ਼ ਹੈ, ਇਹਨੂੰ ਕਰਨਾ ਚਾਹੀਦਾ, ਫਿਰ ਮੈਂ ਇਸਨੂੰ ਜੁਆਇਨ ਕਰ ਲਿਆ। ਹਾਂਜੀ, ਬਿਲਕੁਲ ਵਧੀਆ ਗੱਲ ਆ ਕਿ ਜੋ ਤੁਸੀਂ ਖੁਦ ਸਰਚ ਕੀਤਾ ਆ, ਕਿ ਬਾਅਦ ਵਿੱਚ ਕੋਈ ਸਾਨੂੰ ਆ ਕੇ ਕੁਐਸਚਨ ਨਹੀਂ ਪੁੱਟ ਕਰ ਸਕਦਾ ਕਿ ਤੁਸੀਂ ਸਾਨੂੰ ਇਹ ਨਹੀਂ ਸੀ ਦੱਸਿਆ ਜਾਂਦਾ, ਕਿਉਂਕਿ ਸਾਰੇ ਆ ਜੋ ਵੀ ਆ ਜਦੋਂ ਇਹਦੇ ਵਿੱਚ ਐਂਟਰ ਹੁੰਦੇ ਆ ਕਿ ਸਾਰੇ ਪਹਿਲਾਂ ਪੂਰੀ ਤਰ੍ਹਾਂ ਇਹਦੇ ਤੇ ਰਿਸਰਚ ਕਰਦੇ ਆ, ਇਹਨੂੰ ਸਰਚ ਕਰਦੇ ਆ ਕਿ ਕੀ ਚੀਜ਼ ਆ, ਕਿੱਦਾਂ, ਉਸ ਤੋਂ ਬਾਅਦ ਹੀ ਸਾਰੇ ਐਂਟਰ ਕਰਦੇ ਆ। ਕਰਨਾ ਵੀ ਚਾਹੀਦਾ ਕਿਉਂਕਿ ਆਨਲਾਈਨ ਆ ਕਿ ਸਾਰੇ ਨਹੀਂ ਇਹਨਾਂ ਚੀਜ਼ਾਂ ਤੇ ਟਰਸਟ ਕਰ ਸਕਦੇ ਹੈਗੇ, ਤੇ ਤੁਸੀਂ ਆਪਣੇ ਬਿਹਾਫ ਤੇ ਪਹਿਲਾਂ ਸਭ ਕੁਝ ਸਰਚ ਕਰੋ, ਫਿਰ ਇਹਨੂੰ ਜੁਆਇਨ ਕਰੋ। ਹਾਂਜੀ, ਬਿਲਕੁਲ ਠੀਕ ਆ। ਹਾਂ ਰਣਜੀਤ, ਜਿੱਦਾਂ ਕਿ ਕਈ ਇਨਕੁਆਇਰੀਜ਼ ਆਉਂਦੀਆਂ ਹੁੰਦੀਆਂ ਕਿ ਲੋਕ ਪੁੱਛਦੇ ਆ ਕਿ ਜਿਹੜਾ ਤੁਹਾਡਾ ਬਿਜ਼ਨਸ ਆ, ਇਹਦੇ ਵਿੱਚ ਕੋਈ ਜੈਂਡਰ ਦਾ ਵੀ ਮੈਟਰ ਹੈਗਾ ਆ ਕਿ ਸਿਰਫ ਕੱਲੀਆਂ ਲੇਡੀਜ਼ ਕਰ ਸਕਦੀਆਂ ਨੇ ਇਹ ਬਿਜ਼ਨਸ? ਨਹੀਂ, ਇਹੋ ਜਿਹਾ ਕੁਝ ਨਹੀਂ ਹੈ ਕਿ ਇਹਦੇ ਵਿੱਚ ਸਿਰਫ ਇੱਕ ਸਪੈਸੀਫਿਕ ਜੈਂਡਰ ਹੈ ਕਿ ਸਿਰਫ ਲੇਡੀਜ਼ ਹੀ ਇਸ ਨੂੰ ਕਰਨਗੇ ਜਾਂ ਸਿਰਫ ਜੈਂਟਸ ਹੀ ਇਸ ਨੂੰ ਕਰਨਗੇ। ਇਹੋ ਜਿਹਾ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂ ਆ। ਬਸ ਤੁਹਾਡੀ ਏਜ ਜਿਹੜੀ ਆ ਉਹ 18+ ਹੋਣੀ ਚਾਹੀਦੀ ਆ। ਇਹਦੇ ਵਿੱਚ ਇੱਕ ਏਜ ਲਿਮਿਟ ਰੱਖਿਆ ਕਿ 18 ਮਸਟ ਆ, ਉਸ ਤੋਂ ਬਾਅਦ ਤੁਹਾਡੀ ਅਪਰ ਏਜ ਜਿੰਨੀ ਵੀ ਹੋਵੇ ਉਹਦੇ ਬਾਰੇ ਕੋਈ ਇਹੋ ਜਿਹਾ ਨਹੀਂ ਹੈ ਕਿ ਤੁਹਾਡੀ ਏਜ ਸਿਰਫ ਇੰਨੀ ਤੱਕ ਹੀ ਹੋਣੀ ਚਾਹੀਦੀ ਆ। 18+ ਅਗਰ ਤੁਸੀਂ ਹੈਗੇ ਹੋ, ਲੇਡੀਜ਼ ਹੈ, ਜੈਂਟਸ ਹੈ, ਕਿਸੇ ਵੀ ਜੈਂਡਰ ਨਾਲ ਤੁਸੀਂ ਰਿਲੇਟਡ ਹੋ, ਤੁਸੀਂ ਕਰ ਸਕਦੇ ਹੋ। ਇਹੋ ਜਿਹਾ ਕੋਈ ਇਸ਼ੂ ਨਹੀਂ ਹੈ, ਕੋਈ ਬਾਉਂਡੇਸ਼ਨ ਨਹੀਂ ਹੈ। ਹਾਂਜੀ, ਬਿਲਕੁਲ ਵੀ ਕੋਈ ਏਜ ਲਿਮਿਟ ਨਹੀਂ ਹੈਗੀ। ਤੁਸੀਂ 18+ ਹੋ, ਤੁਸੀਂ ਕਿਸੇ ਵੀ ਟਾਈਮ ਇਸ ਬਿਜ਼ਨਸ ਨੂੰ ਜੁਆਇਨ ਕਰ ਸਕਦੇ ਹੋ।
ਤੇ ਬਹੁਤ ਵਧੀਆ ਓਪਰਚ्युनिटी ਹੁੰਦੀ ਹੈ ਇਹ, ਕਿ ਹਰ ਇੱਕ ਚੀਜ਼ ਦੇ ਵਿੱਚ ਨਹੀਂ ਹੁੰਦਾ ਕਿ ਤੁਹਾਡੀ ਕੋਈ ਵੀ ਤੁਸੀਂ ਕੰਮ ਕਰਦੇ ਹੋ, ਕਿਤੇ ਵੀ ਜਾ ਕੇ ਕੰਮ ਕਰਨਾ ਹੋਵੇ, ਕੋਈ ਵੀ ਜੌਬਸ ਦੇ ਅਲੱਗ-ਅਲੱਗ ਆਪਣੇ ਮੀਨਸ ਜਿਹੜੀਆਂ ਹੁੰਦੀਆਂ ਨੇ, ਪਾਲਿਸੀਜ਼ ਹੁੰਦੀਆਂ ਨੇ, ਉਹਨਾਂ ਦੇ ਮੁਤਾਬਕ ਹੀ ਤੁਹਾਨੂੰ ਕੰਮ ਕਰਨਾ ਪੈਂਦਾ ਆ। ਬਟ ਸਾਡੇ ਬਿਜ਼ਨਸ ਦੇ ਵਿੱਚ ਏਦਾਂ ਦੀ ਕੋਈ ਏਜ ਲਿਮਿਟ ਨਹੀਂ ਹੈਗੀ, ਏਜ ਦਾ ਕੋਈ ਬੈਰੀਅਰ ਨਹੀਂ ਹੈਗਾ ਤੇ ਲੈਂਗੁਏਜ ਦਾ ਕੋਈ ਬੈਰੀਅਰ ਨਹੀਂ ਹੈਗਾ। ਬਿਲਕੁਲ ਤੇ ਰਣਜੀਤ, ਜਿੱਦਾਂ ਇੱਕ ਆਪਾਂ ਨੂੰ ਹੋਰ ਇਨਕੁਆਇਰੀ ਆਉਂਦੀ ਆ ਕਿ ਕਈ ਵਾਰ ਆਪਾਂ ਨੂੰ ਕਾਲਸ ਆਉਂਦੀਆਂ ਆ, ਲੋਕ ਇੰਟਰਸਟਿਡ ਹੁੰਦੇ ਆ, ਬਿਜ਼ਨਸ ਕਰਨਾ ਚਾਹੁੰਦੇ ਆ, ਬਟ ਉਹਨਾਂ ਕੋਲ ਜਿੱਦਾਂ ਹੁਣ ਸਾਡਾ ਜਿਹੜਾ ਬਿਜ਼ਨਸ ਆ ਇੱਕ ਲੈਜਿਟ ਬਿਜ਼ਨਸ ਆ, ਹਾਂਜੀ ਲੀਗਲੀ ਅਸੀਂ ਕੰਮ ਕਰਦੇ ਆ, ਸਾਡੀ ਡਾਕੂਮੈਂਟੇਸ਼ਨ ਹੁੰਦੀ ਆ, ਤੇ ਉਹ ਇੰਟਰਸਟਿਡ ਹੁੰਦੇ ਆ, ਜਿੱਦਾਂ ਉਹ ਇੱਥੇ ਆਏ ਆ, ਯੂਰਪੀਅਨ ਕੰਟਰੀਜ਼ ਆਏ ਆ ਜਾਂ ਕੈਨੇਡਾ ਅਮਰੀਕਾ ਕਿਤੇ ਵੀ ਰਹਿ ਰਹੇ ਨੇ, ਉਹਨਾਂ ਕੋਲ ਪੇਪਰ ਨਹੀਂ ਹੈਗੇ, ਤੇ ਉਹਦੇ ਲਈ ਮੀਨਸ ਕੀ ਤੁਸੀਂ ਕਹਿਣਾ ਚਾਹੋਗੇ ਕਿ ਉਹ ਬਿਜ਼ਨਸ ਕਰ ਸਕਦੇ ਆ, ਕਿੱਦਾਂ ਕਰ ਸਕਦੇ ਆ? ਉਹ ਥੋੜਾ ਜਿਹਾ ਤੁਸੀਂ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਦੱਸੋ, ਕਿਉਂਕਿ ਇਹਨਾਂ ਦੀ ਬਹੁਤ ਇਨਕੁਆਇਰੀ ਹੁੰਦੀ ਆ ਕਿ ਅਸੀਂ ਇੰਟਰਸਟਿਡ ਆ ਤੇ ਅਸੀਂ ਕਿੱਦਾਂ ਕਰ ਸਕਦੇ ਆ ਵੀ ਸਾਡੇ ਕੋਲ ਇੱਥੇ ਦੇ ਪੇਪਰ ਨਹੀਂ ਆ। ਹਾਂਜੀ ਬਿਲਕੁਲ ਤੁਸੀਂ ਕਰ ਸਕਦੇ ਹੋ, ਕਿਉਂਕਿ ਇਹ ਇੱਕ ਲੈਜੀਟੀਮੇਟ ਬਿਜ਼ਨਸ ਹੈ, ਮਤਲਬ ਟੈਕਸੇਬਲ ਹੈ, ਹਰ ਚੀਜ਼ ਇਹਦੀ ਡਾਕੂਮੈਂਟੇਸ਼ਨ ਦੇ ਅਕੋਰਡਿੰਗ ਚੱਲਦੀ ਆ। ਸਪੋਜ਼ ਅਗਰ ਤੁਸੀਂ ਇੰਡੀਆ ਤੋਂ ਬਿਲੋਂਗ ਕਰਦੇ ਹੋ ਬਟ ਤੁਸੀਂ ਕਿਸੇ ਯੂਰਪੀਅਨ ਕੰਟਰੀ ਜਾਂ ਕਿਸੇ ਹੋਰ ਫੋਰਨ ਕੰਟਰੀ ਵਿੱਚ ਆ ਗਏ ਹੋ, ਲੇਕਿਨ ਤੁਹਾਡੇ ਕੋਲ ਉੱਥੋਂ ਦੇ ਡਾਕੂਮੈਂਟੇਸ਼ਨ ਨਹੀਂ ਹੈ, ਤੁਹਾਡੇ ਕੋਲ ਉੱਥੋਂ ਦੇ ਪੇਪਰ ਨਹੀਂ ਹੈ, ਬਟ ਬੇਸਿਕਲੀ ਤੁਹਾਡੇ ਕੋਲ ਤੁਹਾਡੀ ਓਰੀਜਨ ਕੰਟਰੀ ਦਾ ਆਇਡੈਂਟੀਟੀ ਹੈ, ਤੁਸੀਂ ਉੱਥੇ ਦੇ ਓਰੀਜਨਲ, ਤੁਸੀਂ ਉੱਥੋਂ ਦੇ ਸਿਟੀਜ਼ਨ ਹੋ, ਤੁਸੀਂ ਉਸ ਡਾਕੂਮੈਂਟੇਸ਼ਨ ਦੇ ਨਾਲ ਵੀ ਤੁਸੀਂ ਆਪਣਾ ਬਿਜ਼ਨਸ ਰਨ ਕਰ ਸਕਦੇ ਆ। ਇਹੋ ਜਿਹੀ ਕੋਈ ਨਹੀਂ ਹੈ ਕਿ ਤੁਸੀਂ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਨਹੀਂ ਕਰ ਸਕਦੇ, ਜਾਂ ਤੁਹਾਡੇ ਕੋਲ ਉੱਥੋਂ ਦੇ ਪੇਪਰ ਨਹੀਂ ਆ ਤਾਂ ਤੁਸੀਂ ਇਸ ਨੂੰ ਆਪਣੇ ਬਿਹਾਫ ਤੇ ਨਹੀਂ ਕਰ ਸਕਦੇ, ਨਹੀਂ, ਇਹੋ ਜਿਹੀ ਕੋਈ ਬਾਉਂਡੇਸ਼ਨ। ਬਸ ਤੁਹਾਡੇ ਕੋਲ ਇੱਕ ਆਇਡੈਂਟੀਟੀ ਪ੍ਰੂਫ ਹੋਣਾ ਚਾਹੀਦਾ, ਜਿੱਥੋਂ ਦੇ ਵੀ ਤੁਸੀਂ ਸਿਟੀਜ਼ਨ ਹੈਗੇ ਹੋ ਤੁਸੀਂ ਉੱਥੋਂ ਦਾ ਆਇਡੈਂਟੀਟੀ ਪ੍ਰੂਫ ਲਗਾ ਕੇ ਇਸ ਬਿਜ਼ਨਸ ਦੇ ਵਿੱਚ ਐਂਟਰ ਹੋ ਸਕਦੇ ਹੋ। ਇਹੋ ਜਿਹਾ ਕੁਝ ਨਹੀਂ ਹੈ ਕਿ ਜੇ ਤੁਸੀਂ ਯੂਰਪ ਦੇ ਵਿੱਚੋਂ ਤਾਂ ਤੁਹਾਡਾ ਯੂਰਪੀਅਨ ਹੋਣਾ ਜ਼ਰੂਰੀ ਹੈ, ਜੇ ਤੁਸੀਂ ਅਮਰੀਕਾ ਦੇ ਵਿੱਚੋਂ ਤਾਂ ਤੁਹਾਡਾ ਅਮਰੀਕਨ ਹੋਣਾ ਜ਼ਰੂਰੀ ਹੈ, ਇਹੋ ਜਿਹੀ ਕੋਈ ਬਾਉਂਡੇਸ਼ਨ ਨਹੀਂ ਹੈ। ਤੁਸੀਂ ਆਪਣੀ ਓਰੀਜਨਲ ਆਇਡੈਂਟੀਟੀ ਦੇ ਨਾਲ ਵੀ ਇਹਦੇ ਵਿੱਚ ਐਂਟਰ ਹੋ ਸਕਦੇ ਹੋ। ਹਾਂਜੀ ਬਿਲਕੁਲ, ਜਿੱਦਾਂ ਰਣਜੀਤ ਨੇ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਆ। ਜਦੋਂ ਤੁਸੀਂ ਬਾਅਦ ਵਿੱਚ ਵੀ ਦੇਖੋਗੇ ਸਾਡਾ ਲਾਈਵ, ਇਹਦੇ ਵਿੱਚੋਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ, ਤੁਸੀਂ ਤੁਹਾਡੀਆਂ ਇਨਕੁਆਇਰੀਜ਼ ਆਉਂਦੀਆਂ ਨੇ ਤੇ ਉਹਨਾਂ ਦੇ ਆਨਸਰ ਤੁਹਾਨੂੰ ਮਿਲ ਜਾਣਗੇ। ਕਿ ਜਿੱਦਾਂ ਰਣਜੀਤ ਨੇ ਦੱਸਿਆ ਕਿ ਤੁਹਾਨੂੰ ਇੱਕ ਆਪਣੀ ਕੰਟਰੀ ਦਾ, ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਵਸਨੀਕ ਹੈਗੇ ਹੋ, ਸਿਟੀਜ਼ਨ ਹੈਗੇ ਹੋ, ਉੱਥੇ ਦਾ ਤੁਹਾਡੇ ਕੋਲ ਡਾਕੂਮੈਂਟ ਹੈਗਾ ਆ, ਜਿੱਦਾਂ ਅਸੀਂ ਇੱਥੇ ਰਹਿੰਦੇ ਆ, ਸਾਡੇ ਕੋਲ ਆਪਣੇ ਰੈਜ਼ੀਡੈਂਸੀ ਦੀ ਨਹੀਂ ਜੋ ਵੀ ਹੁੰਦੇ ਆ, ਆਪਾਂ ਉਹ ਲਗਾ ਕੇ ਹੀ ਬਿਜ਼ਨਸ ਕਰਦੇ ਆ, ਤਾਂ ਕਿ ਗਵਰਨਮੈਂਟ ਕੋਲ ਸਾਡਾ ਇੱਕ ਪ੍ਰੂਫ ਜਾਂਦਾ ਆ। ਐਜ਼ ਅ ਪ੍ਰੂਫ ਤੁਹਾਨੂੰ ਉਹ ਜਿਹੜਾ ਸਬਮਿਟ ਕਰਨਾ ਪੈਂਦਾ ਆ। ਜੇ ਤੁਸੀਂ ਇੰਡੀਆ ਦੇ ਹੋ, ਕਿਸੇ ਹੋਰ ਕੰਟਰੀ 'ਚ ਰਹਿ ਰਹੇ ਹੋ, ਤੁਹਾਡੇ ਕੋਲ ਪੇਪਰਸ ਨਹੀਂ ਹੈਗੇ, ਤੇ ਤੁਸੀਂ ਆਪਣਾ ਜਿਹੜਾ ਆ ਉੱਥੇ ਦਾ ਆਧਾਰ ਕਾਰਡ ਲਗਾ ਕੇ, ਜਾਂ ਤੁਸੀਂ ਕਿਸੇ ਵੀ ਕੰਟਰੀ ਦੇ ਹੈਗੇ ਹੋ, ਆਪਣਾ ਜੋ ਵੀ ਡਾਕੂਮੈਂਟ ਗਵਰਨਮੈਂਟ ਨੂੰ ਤੁਸੀਂ ਦਿੱਤਾ ਹੋਇਆ, ਉਹਨਾਂ ਨੇ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਦਿੱਤਾ ਹੋਇਆ, ਉਹਦੇ ਥਰੂ ਤੁਸੀਂ ਜਿਹੜਾ ਹੈ ਆਪਣਾ ਬਿਜ਼ਨਸ ਕਰ ਸਕਦੇ ਹੋ। ਬਿਲਕੁਲ, ਹਾਂਜੀ ਬਿਲਕੁਲ। ਤੇ ਇੱਕ ਜਿੱਦਾਂ ਹੁਣ ਆਪਣਾ ਰਣਜੀਤ ਬਿਜ਼ਨਸ ਆ, ਤੇ ਕਈ ਲੋਕ ਜਿੱਦਾਂ ਫੋਨ ਕਰਦੇ ਆ ਜਾਂ ਇਨਕੁਆਇਰੀਜ਼ ਸਾਨੂੰ ਆਉਂਦੀਆਂ ਨੇ, ਜਾਂ ਉਹਨਾਂ ਦੇ ਸਵਾਲ ਇਹ ਹੁੰਦੇ ਨੇ ਕਿ ਚਲੋ ਠੀਕ ਆ, ਇਹ ਬਿਜ਼ਨਸ ਆ, ਡਿਜੀਟਲ ਬਿਜ਼ਨਸ ਆ, ਬਟ ਜਿੰਨੀ ਦੇਰ ਤੱਕ ਉਹ ਐਂਟਰ ਨਹੀਂ ਕਰਦੇ, ਫਸਟਲੀ ਗੱਲ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲਦੀ। ਹਾਂਜੀ, ਕਿਉਂਕਿ ਉਹ ਰਜਿਸਟ੍ਰੇਸ਼ਨ ਕਰ ਲੈਂਦੇ ਆ, ਸਾਨੂੰ ਰਜਿਸਟਰਡ ਕਰ ਲੈਂਦੇ ਆ, ਬਟ ਉਹਨਾਂ ਕੋਲ ਸਿਰਫ ਇੱਕ ਜਿਹੜੀ ਸ਼ਾਰਟ ਵੀਡੀਓ 90 ਮਿੰਟਸ ਦਾ ਜਾਂਦਾ ਆ, ਜਿਹਦੇ ਵਿੱਚ ਕਿ ਬਿਜ਼ਨਸ ਬਾਰੇ ਦੱਸਿਆ ਜਾਂਦਾ ਆ। ਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਸਵਾਲ ਹੁੰਦੇ ਨੇ ਕਿ ਅਸੀਂ ਇੱਕ ਵਾਰੀ ਫਸਟਲੀ ਤਾਂ ਜਿਹੜਾ ਸਵਾਲ ਹੁੰਦਾ ਕਿ ਸਾਨੂੰ ਇਸ ਤੋਂ ਬਾਅਦ ਵੀ ਕੋਈ ਮੀਨਸ ਜਿਹੜਾ ਉਹ ਇਨਵੈਸਟਮੈਂਟ ਕਰਨੀ ਪੈਣੀ ਹੈ ਜਾਂ ਕੁਝ ਵੀ। ਤੇ ਇੱਕ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਵੀ ਇਸ ਬਿਜ਼ਨਸ ਦੇ ਵਿੱਚ ਸਾਨੂੰ ਬੈਨੀਫਿਟਸ ਕੀ ਨੇ, ਹਾਂਜੀ, ਜਿਹੜਾ ਡਿਜੀਟਲ ਬਿਜ਼ਨਸ ਤੁਸੀਂ ਕਰ ਰਹੇ ਹੋ, ਤੇ ਇਹਦੇ ਬਾਅਦ ਵਿੱਚ ਕਿੱਦਾਂ, ਜਿੱਦਾਂ ਹੁਣ ਆਪਾਂ ਇੱਕ ਜੌਬ ਕਰਦੇ ਹਾਂ, ਤੇ ਜੌਬ ਕਰਦੇ ਸਾਨੂੰ ਪਤਾ ਹੁੰਦਾ ਕਿ ਅਸੀਂ ਇੰਨਾ ਟਾਈਮ ਜੌਬ ਕੀਤੀ ਆ, ਇੰਨੀ ਸਾਨੂੰ ਪੇ ਆਉਣੀ ਆ, ਤੇ ਐਂਡ ਬਾਅਦ ਵਿੱਚ ਇੰਨੇ ਸਾਲ ਤੋਂ ਬਾਅਦ ਸਾਨੂੰ ਇਹਦੀ ਇੱਕ ਪੈਨਸ਼ਨ ਪਲਾਨ ਹੁੰਦੇ ਆ ਜੌਬਸ ਤੇ, ਵੀ ਉਹ ਸਾਨੂੰ ਇੱਕ ਪੈਨਸ਼ਨ ਲੱਗ ਜਾਣੀ। ਤੇ ਇਹਦੇ ਵਿੱਚ ਤੁਸੀਂ ਮੀਨਸ ਕੀ ਥੋੜਾ ਜਿਹਾ ਚਾਨਣਾ ਪਾਓ ਕਿ ਕਿੱਦਾਂ ਆਪਣੇ ਬਿਜ਼ਨਸ ਦਾ ਸਿਸਟਮ ਆ, ਕਿ ਕਿੱਦਾਂ ਇਹ ਵਰਕ ਕਰਦਾ ਅੱਗੇ, ਕਿੱਦਾਂ ਮੀਨਸ ਇਹਨਾਂ ਦੇ ਪਲਾਨਸ ਨੇ, ਕੁਝ ਦੱਸ ਸਕਦੇ ਹੋ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ? ਹਾਂਜੀ ਜ਼ਰੂਰ। ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਵਾਲੀ ਤੁਹਾਡੀ ਗੱਲ ਕਰਦੀ ਆ ਕਿ ਜਦੋਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਂਦੇ ਆ ਤਾਂ ਉਹਨਾਂ ਨੂੰ 90 ਮਿੰਟਸ ਦਾ ਵੈਬੀਨਾਰ ਮਿਲਦਾ। ਕਈ ਹੈ ਕਿ ਉਹ 90 ਮਿੰਟ ਦਾ ਵੈਬੀਨਾਰ, ਅਸਲ ਦੇ ਵਿੱਚ 90 ਮਿੰਟ ਦਾ ਵੈਬੀਨਾਰ ਕੋਈ ਵੀ ਨਹੀਂ ਦੇਖਦਾ। ਉਹ ਸਟਾਰਟਿੰਗ ਦੇਖਦੇ ਆ, ਉਹਨੂੰ ਸਕਿਪ ਕਰ ਕਰਕੇ ਵਿਚਕਾਰ ਦੇਖ ਲਿਆ, ਐਂਡ ਦੇਖ ਲਿਆ, ਬਸ ਇਸੇ ਤਰ੍ਹਾਂ ਉਹ 90 ਮਿੰਟ ਅੱਧੇ ਘੰਟੇ ਦੇ ਵਿੱਚ ਜਾਂ 15 ਮਿੰਟਾਂ ਦੇ ਵਿੱਚ ਪੂਰਾ ਕਰ ਲੈਂਦੇ ਆ। ਜਿਹਨੂੰ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਸਕਿਪ ਕਰਕੇ ਦੇਖਦੇ ਆ, ਸਾਨੂੰ ਉਹਦੀ ਫੁੱਲ ਫਲੈਜ ਇਨਫੋਰਮੇਸ਼ਨ ਨਹੀਂ ਪ੍ਰਾਪਤ ਹੁੰਦੀ। ਬਿਲਕੁਲ, ਕਿਸੇ ਚੀਜ਼ ਦੀ ਵੀ ਨੌਲੇਜ ਲੈਣ ਲਈ ਸਾਨੂੰ ਉਹਨੂੰ ਪਹਿਲਾਂ ਪੂਰੀ ਤਰ੍ਹਾਂ ਡੀਪਲੀ ਉਹਦੀ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ, ਉਹਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿ ਇਹਦੇ ਵਿੱਚ ਹੈ ਕੀ ਆ।
ਸੋ ਇਸ ਤਰ੍ਹਾਂ ਮੈਂ ਇੱਕ ਹੋਰ ਚੀਜ਼ ਕਹਾਂਗੀ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਦੂਰੋਂ ਖੜੇ ਹੋ ਕੇ ਦੇਖਦੇ ਹਾਂ ਤਾਂ ਸਾਨੂੰ ਉਹ ਬਹੁਤ ਵਧੀਆ ਲੱਗਦੀ ਆ, ਬਹੁਤ ਚੰਗੀ ਵੀ ਲੱਗਦੀ ਆ, ਪਰ ਉਹਦੀ ਅਸਲੀ ਜਦੋਂ ਅਸੀਂ ਉਹਨੂੰ ਦੇਖਦੇ, ਜਿੱਦਾਂ ਅਸੀਂ ਸਵਿਮਿੰਗ ਸਿੱਖਦੇ ਹਾਂ ਨਾ, ਸਵਿਮਿੰਗ ਸਿੱਖਣ ਨੂੰ ਕਹਿੰਦੇ ਆ ਕਿ ਸਾਨੂੰ ਬਹੁਤ ਚੰਗੀ ਲੱਗਦੀ ਆ, ਪਰ ਸਿੱਖੋਗੇ ਤਾਂ ਤੁਸੀਂ ਤਾਂ ਹੀ ਜੇ ਤੁਸੀਂ ਉਹਦੇ ਵਿੱਚ ਐਂਟਰ ਹੋਵੋਗੇ। ਜੇ ਤੁਸੀਂ ਉਹਦੇ 'ਚ ਛਾਲ ਮਾਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਮੀਨਸ ਕਰਨਾ ਹੈ। ਦੂਰੋਂ ਦੇਖ ਕੇ ਅਸੀਂ ਨਹੀਂ ਸਿੱਖ ਸਕਦੇ। ਇਸੇ ਤਰ੍ਹਾਂ ਸਾਡੇ ਬਿਜ਼ਨਸ ਵਿੱਚ ਵੀ ਆ ਕਿ ਦੂਰੋਂ ਅਸੀਂ ਦੂਰੋਂ ਭਾਵੇਂ ਤੁਸੀਂ ਸਾਲ ਦੇਖੀ ਜਾਓ, 2 ਸਾਲ ਦੇਖੀ ਜਾਓ, ਤੁਹਾਨੂੰ ਓਨੀ ਨੌਲੇਜ ਨਹੀਂ ਮਿਲਣੀ ਜਿੰਨੀ ਤੁਸੀਂ ਉਹਦੇ ਵਿੱਚ ਐਂਟਰ ਹੋ ਕੇ ਨਹੀਂ ਪ੍ਰਾਪਤ ਕਰਦੇ। ਸੋ ਪੂਰੀ ਨੌਲੇਜ ਲੈਣ ਲਈ ਤੁਹਾਨੂੰ ਉਹਦੇ ਵਿੱਚ ਐਂਟਰ ਹੋਣਾ ਪੈਂਦਾ ਆ। ਔਰ ਦੂਸਰੀ ਗੱਲ ਹੈ ਕਿ ਇਨਵੈਸਟਮੈਂਟ ਨਾਲ ਰਿਲੇਟਡ ਗੱਲ ਹੈ ਕਿ ਹਾਂਜੀ, ਇਹ ਜੌਬ ਨਹੀਂ ਹੈ, ਇਹ ਬਿਜ਼ਨਸ ਹੈ। ਜਿਹੜਾ ਇੱਕ ਜੌਬ ਹੈ, ਜੌਬ ਨੂੰ ਤੁਸੀਂ ਕੀ ਹੈ 9 to 5 ਤੁਸੀਂ ਜੌਬ ਜਾ ਰਹੇ ਹੋ, ਮੰਥਲੀ ਪੂਰੇ ਮੰਥ ਤੁਸੀਂ ਗਏ, ਮੰਥ ਬਾਅਦ ਤੁਹਾਨੂੰ ਉਹਦੀ ਸੈਲਰੀ ਆ ਗਈ, ਉਹਦੇ ਵਿੱਚ ਤੁਹਾਡਾ ਕੋਈ ਐਕਸਟਰਾ ਐਫਰਟ ਨਹੀਂ ਹੈ। ਜੋ ਤੁਹਾਡੀ ਇੱਕ ਡਿਊਟੀ ਹੈ ਤੁਸੀਂ ਉਹਨੂੰ ਡੇਲੀ ਉਸੇ ਰੂਟੀਨ ਵਰਕ ਦੇ ਵਿੱਚ ਕਰ ਰਹੇ ਹੋ, ਠੀਕ ਹੈ। ਉਸ ਦੀ ਰੂਟੀਨ ਵਰਕ ਦੇ ਕਰਨ ਦੇ ਨਾਲ ਜੋ ਤੁਹਾਡੀ ਸੈਲਰੀ, ਇੱਕ ਲਿਮਟਿਡ ਸੈਲਰੀ ਜਾਂ ਜੋ ਵੀ ਫਿਕਸਡ ਸੈਲਰੀ ਤੁਹਾਡੀ ਹੈ, ਉਹ ਤੁਹਾਨੂੰ ਮਹੀਨੇ ਬਾਅਦ ਮਿਲ ਜਾਣੀ ਹੈ। ਬਟ ਇਹ ਕੀ ਹੈ, ਇੱਕ ਬਿਜ਼ਨਸ ਹੈ। ਅਸੀਂ ਕੋਈ ਵੀ ਬਿਜ਼ਨਸ ਕਰਦੇ ਜਾਂ ਕੋਈ, ਅਸੀਂ ਐਗਜ਼ਾਮਪਲ ਲੈਂਦੇ ਹਾਂ, ਅਸੀਂ ਕੋਈ ਆਪਣੀ ਸ਼ਾਪ ਖੋਲਣੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਿੱਕਾ ਮੋਟਾ ਕੰਮ ਅਸੀਂ ਆਪਣਾ ਖੁਦ ਦਾ, ਅਸੀਂ ਚਾਹੁੰਦੇ ਹਾਂ ਅਸੀਂ ਖੁਦ ਦਾ ਕੁਝ ਕਰੀਏ, ਤਾਂ ਉਹਨੂੰ ਕਰਨ ਦੇ ਲਈ ਸਾਨੂੰ ਇਨਵੈਸਟਮੈਂਟ ਕਰਨੀ ਹੀ ਪੈਂਦੀ ਹੈ। ਸਾਨੂੰ ਇਨਫਰਾਸਟ੍ਰਕਚਰ ਚਾਹੀਦਾ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਜ਼ਮੀਨ ਚਾਹੀਦੀ ਹੈ ਜਿਹਦੇ ਉੱਤੇ ਉਹ ਅਸੀਂ ਚੀਜ਼ ਸ਼ਾਪ ਖੋਲਣੀ ਆ, ਤਾਂ ਸਾਨੂੰ ਇੱਕੋ ਜ਼ਮੀਨ ਦਾ ਟੁਕੜਾ ਚਾਹੀਦਾ ਜਿੱਥੇ ਅਸੀਂ ਉਹ ਸ਼ਾਪ ਖੋਲ ਸਕੀਏ। ਉਹਦੇ ਲਈ ਵੀ ਪੈਸੇ ਚਾਹੀਦੇ ਆ। ਫਿਰ ਅਸੀਂ ਉਹਦੇ ਵਿੱਚ ਇਨਫਰਾਸਟ੍ਰਕਚਰ ਲਗਾਵਾਂਗੇ, ਸਟਾਫ, ਹੋਰ ਕਾਫੀ ਚੀਜ਼ਾਂ ਅਸੀਂ ਉਹਦੀਆਂ ਪਹਿਲਾਂ ਉਹਦੇ ਵਿੱਚ ਉਹਨੂੰ ਅੱਛੀ ਤਰ੍ਹਾਂ ਉਹਨੂੰ ਇੱਕ ਸੈਟਅਪ ਕਰਾਂਗੇ, ਜਿਹਦੇ ਵਿੱਚ ਆਈ ਥਿੰਕ ਸੋ ਕਿ ਕਾਫੀ ਜ਼ਿਆਦਾ ਤੁਹਾਡੀ ਇਨਵੈਸਟਮੈਂਟ ਹੁੰਦੀ ਹੈ, ਠੀਕ ਹੈ। ਬਾਕੀ ਹਰ ਬਿਜ਼ਨਸ ਦੀ, ਹਾਂਜੀ, ਹਰ ਬਿਜ਼ਨਸ ਦਾ ਇੱਕ ਆਪਣਾ ਰੂਲ ਐਂਡ ਰੈਗੂਲੇਸ਼ਨ ਹੁੰਦਾ, ਇਹਦੇ ਵਿੱਚ ਵੀ ਹੈ। ਪਰ ਇਹ ਹੈ ਕਿ ਤੁਸੀਂ ਇਹਦੇ ਵਿੱਚ ਗ੍ਰੈਂਡ ਲੈਵਲ ਦੀ ਨਹੀਂ ਕਰਦੇ ਇਨਵੈਸਟਮੈਂਟ। ਜਿੱਦਾਂ ਕਿ ਤੁਸੀਂ ਸ਼ਾਪ ਖੋਲੀ, ਤੁਹਾਨੂੰ ਗ੍ਰੈਂਡ ਲੈਵਲ ਦੀ ਇਨਵੈਸਟਮੈਂਟ ਕਰਨੀ ਪੈਂਦੀ ਆ, ਫਿਰ ਤੁਹਾਨੂੰ ਉਹਦੇ ਤੇ ਐਕਸਟਰਾ ਐਫਰਟ ਕਰਨੇ ਪੈਂਦੇ ਆ, ਤੁਹਾਨੂੰ ਸਟਾਫ ਰੱਖਣਾ ਪੈਂਦਾ, ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਮੈਨੇਜ ਕਰਨਾ ਪੈਂਦਾ, ਹਰ ਇੱਕ ਚੀਜ਼ ਨੂੰ ਸੈਟਅਪ ਕਰਨਾ ਪੈਂਦਾ, ਹਨਾ। ਇਸੇ ਪਰ ਸਾਡਾ ਬਿਜ਼ਨਸ ਕੀ ਹੈ ਕਿ ਡਿਜੀਟਲ ਬਿਜ਼ਨਸ ਹੈ। ਤੁਹਾਡੇ ਕੋਲ ਕੀ ਚਾਹੀਦਾ ਇਹਦੇ ਲਈ? ਇੱਕ ਸਮਾਰਟਫੋਨ ਹੋਏ ਜਾਂ ਲੈਪਟਾਪ ਹੋਏ ਤੇ ਵਾਈਫਾਈ ਦਾ ਇੰਟਰਨੈਟ ਕਨੈਕਸ਼ਨ ਹੋਏ, ਜਿਹਦੇ ਥਰੂ ਤੁਸੀਂ ਆਪਣਾ ਇਹ ਪੂਰਾ ਬਿਜ਼ਨਸ ਚਲਾ ਸਕਦੇ ਹੋ। ਤੁਹਾਨੂੰ ਕੋਈ ਨਹੀਂ ਅਲੱਗ-ਅਲੱਗ ਚੀਜ਼ਾਂ ਖਰੀਦ ਕੇ ਰੱਖਣ ਦੀ ਲੋੜ ਨਹੀਂ ਹੈ ਕਿ ਜਿਹਦੇ ਵਿੱਚ ਤੁਹਾਨੂੰ, ਕਿਉਂਕਿ ਫੋਨ ਅੱਜ ਕੱਲ ਹਰ ਇੱਕ ਕੋਲ ਹੈ, ਔਰ ਸਮਾਰਟਫੋਨ ਹੀ ਅੱਜ ਕੱਲ ਤਾਂ ਬੱਚੇ ਕੋਲ ਸਮਾਰਟਫੋਨ ਹੀ ਹੈ, ਠੀਕ ਹੈ। ਤੁਹਾਨੂੰ ਕੋਈ ਐਕਸਟਰਾ ਕੋਈ ਖਰਚ ਨਹੀਂ ਕਰਨਾ ਪੈਂਦਾ ਕਿ ਮੈਨੂੰ ਇਹ ਬਿਜ਼ਨਸ ਸਟਾਰਟ ਕਰਨ ਦੇ ਲਈ ਕੋਈ ਅਲੱਗ ਖਰਚ ਕਰਨਾ ਪਏਗਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੇ ਦੂਸਰੀ ਗੱਲ ਹੈ ਕਿ ਜਦੋਂ ਵੀ ਤੁਸੀਂ ਇਸ ਬਿਜ਼ਨਸ ਨੂੰ ਸਟਾਰਟ ਕਰਦੇ ਹੋ, ਜਾਂ ਤੁਸੀਂ, ਕਈਆਂ ਦਾ ਹੁੰਦਾ ਹੈ ਕਿ ਅਸੀਂ ਬਿਜ਼ਨਸ ਸਟਾਰਟ ਤਾਂ ਕਰਨਾ ਹੈ ਪਰ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ, ਕਿਉਂਕਿ ਸਾਡਾ ਕੋਈ ਬਿਜ਼ਨਸ ਬੈਕਗਰਾਉਂਡ ਨਹੀਂ ਆ, ਅਸੀਂ ਕਿੱਦਾਂ ਇਹਨੂੰ ਸ਼ੁਰੂ ਕਰੀਏ, ਸਾਡੇ ਕੋਲ ਕੋਈ ਇਹਦੇ ਨਾਲ ਰਿਗਾਰਡਿੰਗ ਕੁਆਲੀਫਿਕੇਸ਼ਨ ਨਹੀਂ ਹੈ, ਜਾਂ ਹੋ ਸਕਦਾ ਇਹ ਕੋਈ ਇੱਕ ਸਪੈਸੀਫਿਕ ਲੈਂਗੁਏਜ ਦੇ ਵਿੱਚ ਹੋਏ। ਤਾਂ ਇਹਦੇ ਬਾਰੇ ਮੈਂ ਇਹ ਦੱਸਾਂਗੀ ਕਿ ਤੁਹਾਨੂੰ ਕਿਸੇ ਸਪੈਸ਼ਲ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਆ, ਤੁਹਾਨੂੰ ਕਿਸੇ ਐਕਸਪੀਰੀਅੰਸ ਦੀ ਲੋੜ ਨਹੀਂ ਆ, ਕਿਉਂਕਿ ਅਸੀਂ ਵੀ ਜਦੋਂ ਸਟਾਰਟ ਕੀਤਾ ਅਸੀਂ ਵੀ ਜ਼ੀਰੋ ਤੋਂ ਕੀਤਾ, ਅਸੀਂ ਕੋਈ ਬਿਜ਼ਨਸ ਬੈਕਗਰਾਉਂਡ ਤੋਂ ਨਹੀਂ ਆ, ਠੀਕ ਹੈ। ਅਸੀਂ ਵੀ, ਮੈਂ ਇੱਕ ਟੀਚਰ ਸੀ, ਇਟਲੀ ਵਿੱਚ ਆ ਕੇ ਇੱਕ ਹਾਊਸ ਮੇਕਰ ਆ, ਇੱਕ ਹਾਊਸ ਵਾਈਫ, ਆਪਣੇ ਬੱਚਿਆਂ ਦੀ ਟੇਕ ਕੇਅਰ ਕਰ ਰਹੀ, ਆਪਣੇ ਘਰ ਦੀ ਟੇਕ ਕੇਅਰ, ਲੇਕਿਨ ਅੱਜ ਮੈਂ ਇੱਕ ਬਿਜ਼ਨਸ ਓਨਰ ਆ। ਕਿਉਂ? ਕਿਉਂਕਿ ਮੈਂ ਵੀ ਇਹ ਚੀਜ਼ ਜ਼ੀਰੋ ਤੋਂ ਸ਼ੁਰੂ ਕੀਤੀ, ਮੈਨੂੰ ਵੀ ਕੋਈ ਬਿਜ਼ਨਸ ਬਾਰੇ ਕੋਈ ਨੌਲੇਜ ਨਹੀਂ ਸੀ। ਬਟ ਜਦੋਂ ਅਸੀਂ ਇਹਦੇ ਵਿੱਚ ਐਂਟਰ ਹੋ ਜਾਂਦੇ ਆ, ਸਾਨੂੰ ਪੂਰੀ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਆ, ਜਿਹਦੇ ਥਰੂ ਅਸੀਂ ਹਰ ਚੀਜ਼ ਸਿੱਖਦੇ ਆ। ਜੋ ਚੀਜ਼ਾਂ ਸਾਨੂੰ ਨਹੀਂ ਵੀ ਪਤਾ ਸੀ, ਉਹ ਵੀ ਚੀਜ਼ਾਂ ਅੱਜ ਸਾਨੂੰ ਪਤਾ ਆ। ਸਾਨੂੰ ਮੈਂਟਰ ਕੋਚ ਦਿੱਤੇ ਜਾਂਦੇ ਆ ਜੋ ਸਟੈਪ ਬਾਏ ਸਟੈਪ ਸਾਨੂੰ ਗਾਈਡ ਕਰਦੇ ਆ, ਸਾਨੂੰ ਸਿਖਾਉਂਦੇ ਆ, ਤਾਂ ਜੋ ਅਸੀਂ ਆਪਣੇ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਚਲਾ ਸਕੀਏ। ਔਰ ਦੂਸਰੀ ਗੱਲ ਹੈ ਕਿ ਬੈਨੀਫਿਟ ਦੀ ਅਗਰ ਗੱਲ ਕੀਤੀ ਜਾਏ ਤਾਂ ਜਿਵੇਂ ਅਸੀਂ ਜੌਬ ਕਰਦੇ ਆ, ਜੇ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਹੋ ਨਾ, ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿੰਨਾ ਚਿਰ ਤੁਸੀਂ ਜੌਬ ਕਰ ਲਈ, ਬਸ ਓਨਾ ਚਿਰ ਹੀ ਤੁਹਾਡੀ ਹੈ ਕਿ ਤੁਹਾਨੂੰ ਜੌਬ ਕਰ ਲਈ ਹੈ, ਤੁਹਾਨੂੰ ਉਹਦੀ ਸੈਲਰੀ ਆਂਦੀ ਜਾਏਗੀ, ਕੋਈ ਤੁਹਾਡੀ ਸਿਕਿਉਰਿਟੀ ਨਹੀਂ ਆ। ਅਗਰ ਤੁਸੀਂ ਗਵਰਨਮੈਂਟ ਸੈਕਟਰ ਦੀ ਗੱਲ ਕਰੋ ਤਾਂ ਉਹਦੇ ਵਿੱਚ ਹੈ ਕਿ ਤੁਹਾਨੂੰ ਇੱਕ ਏਜ ਲਿਮਿਟ ਤੱਕ ਤੁਹਾਨੂੰ ਜੌਬ ਕਰਨੀ ਪੈਂਦੀ ਹੈ, ਉਸ ਤੋਂ ਬਾਅਦ ਤੁਹਾਡੀ ਰਿਟਾਇਰਮੈਂਟ ਹੈ ਤੇ ਤੁਹਾਨੂੰ ਪੈਨਸ਼ਨ ਉੱਥੋਂ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਬਿਜ਼ਨਸ ਹੈ, ਇਹਦੇ ਵਿੱਚ ਅਗਰ ਤੁਸੀਂ 2-3 ਸਾਲ ਵਧੀਆ ਤਰੀਕੇ ਨਾਲ ਆਪਣਾ ਇੱਕ ਸੈਟਅਪ ਕਰ ਲੈਂਦੇ ਹੋ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਰੈਂਕ ਸਿਸਟਮ ਹੈ, ਲੈਵਲ ਸਿਸਟਮ ਹੈ। ਜਦੋਂ ਤੁਸੀਂ ਉਸ ਲੈਵਲ ਤੱਕ ਪਹੁੰਚ ਜਾਂਦੇ ਹੋ, ਰੈਂਕ ਤੱਕ ਪਹੁੰਚ ਜਾਂਦੇ ਹੋ,
ਤਾਂ ਤੁਹਾਡੀ ਮੰਥਲੀ ਜਿਹੜੀ ਆ ਉਹ ਐਜ਼ ਏ ਪੈਨਸ਼ਨ ਹੀ ਤੁਹਾਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿ ਜਿਹੜੀਆਂ ਕੰਪਨੀਆਂ ਦੇ ਨਾਲ ਅਸੀਂ ਜੁੜੇ ਹੋਏ ਆ, ਉਹ ਕੰਪਨੀਆਂ ਨੇ ਇਹੋ ਜਿਹਾ ਸਿਸਟਮ ਕ੍ਰੀਏਟ ਕੀਤਾ ਹੋਇਆ ਕਿ ਜਦੋਂ ਇੱਕ ਬਿਜ਼ਨਸ ਓਨਰ ਇਸ ਲੈਵਲ ਤੱਕ ਪਹੁੰਚ ਜਾਂਦਾ, ਇਸ ਰੈਂਕ ਤੱਕ ਪਹੁੰਚ ਜਾਂਦਾ, ਆਟੋਮੈਟਿਕਲੀ ਉਹਦੀ ਇੱਕ ਮੰਥਲੀ ਜਿਹੜੀ ਹੈਗੀ ਆ ਇਨਕਮ ਉਹ ਫਿਕਸ ਹੋ ਜਾਂਦੀ ਆ ਕਿ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਉਹ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਤੁਹਾਨੂੰ ਇੱਕ ਤਰ੍ਹਾਂ ਦੀ ਤੁਹਾਡੀ ਸਿਕਿਉਰਿਟੀ ਹੋ ਜਾਂਦੀ ਹੈ ਕਿ ਇਨ ਫਿਊਚਰ ਤੁਹਾਨੂੰ ਕਿਸੇ ਹੋਰ ਚੀਜ਼ ਬਾਰੇ ਸੋਚਣਾ ਨਹੀਂ ਪੈਂਦਾ। ਔਰ ਦੂਸਰੀ ਗੱਲ ਹੈ ਕਿ ਜਦੋਂ ਸਾਡਾ ਬਿਜ਼ਨਸ ਗਰੋ ਕਰਨਾ ਸ਼ੁਰੂ ਹੋ ਜਾਂਦਾ, ਸਾਡਾ ਹੋਰ ਇੰਟਰਸਟ ਵੱਧ ਜਾਂਦਾ, ਅਸੀਂ ਹੋਰ ਐਫਰਟ ਕਰਨੇ ਸ਼ੁਰੂ ਕਰ ਦਿੰਨੇ ਆ, ਅਸੀਂ ਹੋਰ ਉਸਨੂੰ ਅੱਗੇ ਗਰੋ ਕਰਨਾ ਸ਼ੁਰੂ ਕਰ ਦਿੰਨੇ ਆ। ਬਿਲਕੁਲ। ਔਰ ਇੱਕ ਹੋਰ ਮੈਂ ਇਹਦੇ ਨਾਲ ਗੱਲ ਐਡ ਕਰਨੀ ਚਾਹਾਂਗੀ ਕਿ ਇਹ ਬਿਜ਼ਨਸ ਸਿਰਫ ਤੁਹਾਡੇ ਤੱਕ ਲਿਮਟਡ ਨਹੀਂ। ਜਿੱਦਾਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਨਾ, ਅਸੀਂ ਸੋਚਦੇ ਆ ਕਿ ਅੱਜ ਅਸੀਂ ਸਟਰਗਲ ਕਰ ਲਈ ਆ, ਕੱਲ ਨੂੰ ਸਾਡੇ ਬੱਚਿਆਂ ਨੂੰ ਓਨੀ ਸਟਰਗਲ ਨਹੀਂ ਕਰਨੀ ਪਏਗੀ। ਅਸੀਂ ਆਪਣਾ ਬਿਜ਼ਨਸ ਜਾਂ ਆਪਣਾ ਜੋ ਵੀ ਅਸੀਂ ਕੰਮ ਕਰ ਰਹੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਦੇ ਦੇਵਾਂਗੇ। ਇਸੇ ਤਰ੍ਹਾਂ ਇਸ ਬਿਜ਼ਨਸ ਨਾਲ ਵੀ ਰਿਲੇਟਡ ਆ ਕਿ ਤੁਸੀਂ ਅੱਜ ਇਹ ਬਿਜ਼ਨਸ ਸੈਟਅਪ ਕਰ ਰਹੇ ਹੋ, ਕੱਲ ਨੂੰ ਕਿਸੇ ਵੀ ਇਸ਼ੂ ਕਰਕੇ, ਕੋਈ ਹੈਲਥ ਇਸ਼ੂ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਹੋ ਗਿਆ, ਤੇ ਤੁਸੀਂ ਇਸ ਨੂੰ ਕੰਟੀਨਿਊ ਨਹੀਂ ਕਰਨਾ ਚਾਹ ਰਹੇ, ਤੁਸੀਂ ਚਾਹੁੰਦੇ ਹੋ ਕਿ ਮੈਂ ਹੁਣ ਇਹ ਨਹੀਂ ਕਰਨਾ ਜਾਂ ਮੇਰੇ ਕੋਲ ਨਹੀਂ ਹੋ ਰਿਹਾ, ਤਾਂ ਤੁਸੀਂ ਇਸ ਨੂੰ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਸਕਦੇ ਹੋ। ਤੁਹਾਡਾ ਬੱਚਾ 18+ ਹੋਣਾ ਚਾਹੀਦਾ ਆ। 18+ ਤੋਂ ਬਾਅਦ ਤੁਸੀਂ ਆਪਣੇ ਬੱਚੇ ਦੇ ਨਾਮ ਤੇ ਐਜ਼ ਏ ਪ੍ਰੋਪਰਟੀ ਉਸਨੂੰ ਦੇ ਸਕਦੇ ਹੋ। ਉਸ ਤੋਂ ਬਾਅਦ ਇਹ ਉਸ ਦੇ ਨਾਮ ਤੇ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ। ਇਹਦੇ ਜਿੱਥੋਂ ਤੁਸੀਂ ਛੱਡੋਗੇ ਤੁਹਾਡਾ ਬੱਚਾ ਉੱਥੋਂ ਹੀ ਸ਼ੁਰੂ ਕਰੇਗਾ। ਇਹ ਨਹੀਂ ਹੈ ਕਿ ਉਹਨੂੰ ਜ਼ੀਰੋ ਤੋਂ ਸਟਾਰਟ ਕਰਨਾ ਪਏਗਾ, ਨਹੀਂ, ਜਿੱਥੋਂ ਤੁਸੀਂ ਉਸ ਦੇ ਨਾਮ ਤੇ ਟ੍ਰਾਂਸਫਰ ਕਰੋਗੇ ਉਹ ਤੁਹਾਡਾ ਬੱਚਾ ਉੱਥੋਂ ਹੀ ਉਸਨੂੰ ਰਨ ਕਰਨਾ ਸ਼ੁਰੂ ਕਰ ਦੇਗਾ। ਸੋ ਇਹ ਬਹੁਤ ਜ਼ਿਆਦਾ ਵੱਡੇ ਬੈਨੀਫਿਟ ਮੈਨੂੰ ਲੱਗ ਰਹੇ ਆ ਕਿ ਸਾਡੀ ਇੱਕ ਤਰ੍ਹਾਂ ਦੀ ਸਿਕਿਉਰਿਟੀ ਹੋ ਜਾਂਦੀ ਆ, ਲਾਈਫ ਟਾਈਮ ਸਿਕਿਉਰਿਟੀ ਹੋ ਜਾਂਦੀ ਹੈ ਸਾਡੀ। ਹਾਂਜੀ, ਅਸੀਂ ਆਪਣੇ ਆਪ ਨੂੰ ਵੀ ਸਿਕਿਉਰ ਕਰ ਰਹੇ ਹਾਂ, ਨਾਲ ਦੀ ਨਾਲ ਅਸੀਂ ਆਪਣੇ ਬੱਚਿਆਂ ਨੂੰ ਕਰ ਰਹੇ ਹਾਂ। ਹਾਂਜੀ ਹਾਂਜੀ, ਬਿਲਕੁਲ ਰਣਜੀਤ, ਜਿੱਦਾਂ ਤੁਸੀਂ ਦੱਸਿਆ ਆ ਕਿ ਜਿੰਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਕਿ ਇਹਦੇ ਬੈਨੀਫਿਟਸ ਕੀ ਹੁੰਦੇ ਨੇ, ਜਿਹੜੇ ਵੀ ਲੋਕਾਂ ਦੀਆਂ ਇਹ ਇਨਕੁਆਇਰੀਜ਼ ਆਉਂਦੀਆਂ ਆ, ਜਿਹੜੇ ਆਪਣੇ ਵਿਊਅਰਸ ਨੇ ਜਾਂ ਜਿਹੜੇ ਵੀ ਆਪਣੇ ਫਰੈਂਡ ਮਿੱਤਰ ਦੋਸਤ ਜੋ ਵੀ ਆਪਣੀਆਂ ਫਰੈਂਡਸ ਨੇ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਕੰਮ ਕਰਦੀਆਂ ਆ, ਆਪਣਾ ਸਿਰਫ ਘਰ ਦਾ ਹੀ ਕੰਮ ਕਰਦੀਆਂ, ਸਿਰਫ ਦੇਖਦੀਆਂ ਸੋਚਦੀਆਂ ਰਹਿੰਦੀਆਂ ਕਿ ਆਪਾਂ ਕੀ ਕਰਨਾ ਆ, ਇਹ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਕਿ ਤੁਸੀਂ ਘਰ ਬੈਠੇ ਆਪਣਾ ਬਹੁਤ ਵਧੀਆ ਅਰਨ ਕਰ ਸਕਦੇ ਹੋ, ਆਪਣੇ ਆਪ ਨੂੰ ਮੀਨਸ ਸਕਸੈਸ ਤੇ ਲੈ ਕੇ ਜਾ ਸਕਦੇ ਹੋ, ਅੱਗੇ ਆਪਣੇ ਫਾਈਨੈਂਸ਼ੀਅਲੀ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦੇ ਹੋ, ਆਪਣੇ ਬੱਚਿਆਂ ਨੂੰ ਲਾਈਫ ਟਾਈਮ ਲਈ ਸਿਕਿਉਰ ਕਰ ਸਕਦੇ ਹੋ। ਬਿਲਕੁਲ ਬਿਲਕੁਲ। ਹਾਂਜੀ ਬਿਲਕੁਲ, ਕਿ ਜਿੱਦਾਂ ਇਹ ਇੱਕ ਬਿਜ਼ਨਸ ਆ, ਲੈਜਿਟ ਵੀ ਆ, ਗਵਰਨਮੈਂਟ ਕੋਲ ਤੁਹਾਡੀ ਡਾਕੂਮੈਂਟੇਸ਼ਨ ਹੁੰਦੀ ਆ, ਤੇ ਉਸ ਤੋਂ ਬਾਅਦ ਫਿਰ ਇੱਕ ਜਿੱਦਾਂ ਇਹ ਰੈਂਕ ਵਾਈਜ਼ ਚੱਲਦਾ ਆ, ਤੁਸੀਂ ਫਸਟ ਤੋਂ ਜਦੋਂ ਆਪਣਾ ਜਿਹੜਾ ਰੈਂਕ ਆ ਉਹ ਅਚੀਵ ਕਰ ਲੈਂਦੇ ਹੋ, ਉਹਨੂੰ ਤੁਸੀਂ 6 ਮਹੀਨੇ ਚ ਕਰ ਲਓ, 1 ਸਾਲ ਚ ਕਰ ਲਓ, 2 ਸਾਲ ਚ ਕਰ ਲਓ, ਅਪ ਟੂ ਯੂ ਟੋਟਲੀ ਕਿ ਤੁਸੀਂ ਕਿੰਨਾ ਉਹਨੂੰ ਐਫਰਟ ਦਿੰਦੇ ਹੋ। ਕਹਿੰਦੇ ਹੁੰਦੇ ਨੇ ਕਿ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਨਾਂ ਤੁਹਾਨੂੰ ਜਿਹੜਾ ਮਿੱਠਾ ਉਹ ਫਲ ਮਿਲਦਾ ਹੈ ਉਸ ਚੀਜ਼ ਦਾ, ਤੇ ਓਨੀ ਜਲਦੀ ਤੁਸੀਂ ਇੱਕ ਪੈਨਸ਼ਨ ਪਲਾਨ ਤੇ ਪਹੁੰਚ ਜਾਂਦੇ ਹੋ ਕਿ ਜਿਹੜੀ ਕਿ ਤੁਹਾਨੂੰ ਲਾਈਫ ਟਾਈਮ ਪੈਨਸ਼ਨ ਲੱਗ ਜਾਂਦੀ ਆ। ਤੇ ਇਹਦੇ ਵਿੱਚ ਕੋਈ ਏਦਾਂ ਦਾ ਨਹੀਂ ਹੈਗਾ ਕਿ ਤੁਸੀਂ ਬਸ ਜਦੋਂ ਕੀਤਾ ਉਦੋਂ ਤੱਕ ਠੀਕ ਆ, ਉਸ ਤੋਂ ਬਾਅਦ ਕੁਝ ਨਹੀਂ ਤੁਹਾਨੂੰ ਮਿਲਣਾ, ਏਦਾਂ ਦਾ ਕੁਝ ਨਹੀਂ ਹੈ ਇਹਦੇ ਵਿੱਚ। ਬਿਲਕੁਲ, ਮੈਂ ਦੱਸਣਾ ਚਾਹਾਂਗੀ, ਮੈਂ ਇੰਡੀਆ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕੀਤਾ ਐਜ਼ ਅ ਟੀਚਰ। ਉਹੀ ਹੈ ਕਿ ਜਿੰਨਾ ਅਸੀਂ ਮਿਹਨਤ ਕਰ ਲਈ ਉਹਦੀ ਸਾਨੂੰ ਸੈਲਰੀ ਆ ਰਹੀ ਸੀ, ਬਸ, ਇਸ ਤੋਂ ਇਲਾਵਾ ਕੁਝ ਵੀ ਨਹੀਂ, ਕੋਈ ਪੈਨਸ਼ਨ ਨਹੀਂ, ਕੋਈ ਕੁਝ ਨਹੀਂ, ਕੋਈ ਇੰਕਰੀਮੈਂਟ ਨਹੀਂ, ਕੋਈ ਕੁਝ ਨਹੀਂ। ਇਹਦੇ ਵਿੱਚ ਇਹ ਹੈ ਕਿ ਤੁਹਾਡਾ ਆਪਣਾ ਬਿਜ਼ਨਸ ਹੈ, ਜਿੰਨਾ ਤੁਸੀਂ ਐਫਰਟ ਕਰ ਲਓਗੇ ਉਹਦਾ ਪ੍ਰੋਫਿਟ ਤੁਹਾਨੂੰ ਖੁਦ ਨੂੰ ਜਾਣਾ ਆ, ਕਿਸੇ ਹੋਰ ਨੂੰ ਨਹੀਂ ਜਾਣਾ। ਸੋ ਇਹ ਇਹਦਾ ਬਹੁਤ ਵੱਡਾ ਬਹੁਤ ਪਲੱਸ ਪੁਆਇੰਟ ਹੈ ਕਿ ਇਸ ਬਿਜ਼ਨਸ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਕਰ ਲਓ, ਤੁਹਾਡਾ ਆਪਣਾ ਆ, ਤਾਂ ਉਹ ਤੁਹਾਡਾ ਆਪਣਾ ਬਿਜ਼ਨਸ ਹੋਣਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਹਾਂਜੀ, ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਬਟ ਇਹਦੇ ਜਿਹੜੇ ਸਾਰਾ ਕੁਝ ਇਹਦੇ ਬਾਰੇ ਜਾਣਨ ਲਈ ਤੁਹਾਡਾ ਜਿਹੜਾ ਫਸਟ ਸਟੈਪ ਚੁੱਕਣਾ, ਮੈਂ ਹਰ ਵਾਰ ਜਿੱਦਾਂ ਆਪਣੇ ਲਾਈਫ ਦੇ ਵਿੱਚ ਕਹਿਣੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਇੱਕ ਸਟੈਪ ਤੁਸੀਂ ਪੌੜੀ ਦੇ ਉੱਤੇ ਪਹਿਲੀ ਤੇ ਡੰਡੇ ਤੇ ਪੈਰ ਰੱਖਣਾ ਆ ਨਾ, ਉਹ ਤੁਹਾਡੇ ਲਈ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਇਸ ਚੀਜ਼ ਦੇ ਵਿੱਚ ਐਂਟਰ ਹੋਵੋਗੇ, ਚੀਜ਼ਾਂ ਤਾਂ ਹੀ ਤੁਹਾਨੂੰ ਸਾਫ਼ ਹੋਣਗੀਆਂ, ਤਾਂ ਹੀ ਤੁਹਾਡੇ ਸਾਹਮਣੇ ਆਉਣਗੀਆਂ ਕਿ ਕਿੱਦਾਂ ਵਰਕ ਕਰਨਾ ਆ, ਕਿੱਦਾਂ ਸਾਨੂੰ ਕਮਿਸ਼ਨਸ ਆਉਣੇ ਆ, ਕਦੋਂ ਸਾਨੂੰ ਕਮਿਸ਼ਨਸ ਆਉਣੇ ਸਟਾਰਟ ਹੋਣੇ ਆ, ਸਾਰਾ ਕੁਝ ਤੁਹਾਡੇ ਸਾਹਮਣੇ ਸ਼ੀਸ਼ੇ ਵਾਂਗ ਸਾਫ਼ ਹੋ ਜਾਂਦਾ ਆ। ਉਹਦੇ ਲਈ ਤੁਹਾਨੂੰ ਜਿਹੜਾ ਕਿ ਪਹਿਲਾ ਸਟੈਪ ਜ਼ਰੂਰ ਚੁੱਕਣਾ ਪੈਂਦਾ ਆ। ਬਿਲਕੁਲ, ਫਸਟ ਸਟੈਪ ਇਜ਼ ਮਸਟ। ਹਾਂਜੀ ਬਿਲਕੁਲ। ਤੇ ਰਣਜੀਤ, ਮੈਂ ਹੁਣ ਜਿੱਦਾਂ ਇੱਕ ਚੀਜ਼ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਲੋਕ, ਹਾਂਜੀ, ਜਿਹੜੇ ਲੋਕ ਡਰਦੇ ਆ ਇਸ ਬਿਜ਼ਨਸ ਦੇ ਵਿੱਚ ਆਉਣ ਤੋਂ, ਉਹਨਾਂ ਲਈ ਤੁਸੀਂ ਕੀ ਕਹੋਗੇ? ਡਰਨ ਦਾ ਇਹਦਾ ਕੀ ਆ ਕਿ ਜਦੋਂ ਅਸੀਂ ਕਹਿੰਦੇ ਆ ਨਾ ਕਿ ਸਾਡਾ ਬਿਜ਼ਨਸ ਡਿਜੀਟਲ ਮਾਰਕੀਟਿੰਗ ਦਾ ਬਿਜ਼ਨਸ ਹੈ, ਪਤਾ ਨਹੀਂ ਆਨਲਾਈਨ ਚੀਜ਼ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਕੈਪਟੀਕਲ ਹੈ ਕਿ ਆਨਲਾਈਨ ਮਤਲਬ ਫਰਾਡ, ਮਤਲਬ ਸਕੈਮ।
ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਇੱਕੋ ਜਿਹੀ ਹੈ। ਮੈਂ ਅੱਗੇ ਵੀ ਕਹਿੰਦੀ ਹਾਂ ਕਿ ਹੱਥ ਦੀਆਂ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਹਰੇਕ ਦਾ ਆਪਣੀ ਆਪਣੀ ਇੱਕ ਅਲੱਗ ਆਇਡੈਂਟੀਟੀ ਹੁੰਦੀ ਹੈ। ਸੋ ਜਿਨ੍ਹਾਂ ਨੂੰ ਪਤਾ ਹੈ ਕਿ ਡਿਜੀਟਲ ਮਾਰਕੀਟਿੰਗ ਕੀ ਹੁੰਦੀ ਆ, ਉਹ ਇਸ ਟਾਈਮ ਤੇ ਬਹੁਤ ਵਧੀਆ ਲੈਵਲ ਤੇ ਪਹੁੰਚੇ ਹੋਏ ਆ। ਅਸੀਂ ਸਾਡੇ ਆਪਣੇ ਬਿਜ਼ਨਸ ਦੇ ਵਿੱਚ ਹੀ ਜਿਨ੍ਹਾਂ ਨੇ ਬਹੁਤ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆ, ਉਹ ਇੱਕ ਇਹੋ ਜਿਹੇ ਰੈਂਕ ਤੇ ਪਹੁੰਚ ਚੁੱਕੇ ਆ ਕਿ ਉਹ ਬਹੁਤ ਹੀ ਵਧੀਆ ਸਟਰੀਮ ਦੇ ਵਿੱਚ ਆਪਣੀ ਇਨਕਮ ਕਰ ਰਹੇ ਆ। ਠੀਕ ਹੈ। ਔਰ ਸਕੈਪਟੀਕਲ ਹੋਣਾ ਕੋਈ ਮਾੜੀ ਗੱਲ ਨਹੀਂ ਆ, ਕੋਈ ਬੁਰੀ ਗੱਲ ਨਹੀਂ ਆ। ਸਕੈਪਟੀਕਲ ਦਾ ਮਤਲਬ ਹੁੰਦਾ ਕਿ ਤੁਸੀਂ ਉਹਦੀ ਛਾਣਬੀਨ ਕਰੋ, ਉਹਨੂੰ ਦੇਖੋ, ਉਹਦੀ ਡੀਪਲੀ ਉਹਨੂੰ ਛੱਡੋ ਨਾ, ਖੁਦ ਆਪਣੇ ਬਿਹਾਫ ਤੇ ਉਹਦੀ ਪੂਰੀ ਸਰਚ ਕਰੋ, ਉਹਨੂੰ ਸਰਚ ਕਰੋ। ਉਹਨੂੰ ਜਦੋਂ ਤੁਸੀਂ ਸਰਚ ਕਰਦੇ ਹੋ ਨਾ, ਤਾਂ ਤੁਹਾਨੂੰ ਜ਼ਿਆਦਾ ਨੌਲੇਜ ਹੁੰਦੀ ਆ ਇਹਦੇ ਤੋਂ ਕਿ ਤੁਸੀਂ ਕਿਸੇ ਹੋਰ ਤੋਂ ਪੁੱਛ-ਗਿੱਛ ਕਰੋ। ਉਸ ਪੁੱਛ-ਗਿੱਛ ਦੇ ਵਿੱਚ ਫਿਰ ਤੁਹਾਡੇ ਮਨਾਂ ਦੇ ਵਿੱਚ ਕੋਈ ਨਾ ਕੋਈ ਸਵਾਲ ਰਹਿ ਜਾਂਦਾ ਆ। ਫਿਰ ਤੁਸੀਂ ਨੂੰ ਲੈ ਕੇ ਫਿਰ ਤੁਸੀਂ ਹੋ ਜਾਂਦੇ ਹੋ ਕਿ ਨਹੀਂ, ਮੈਂ ਆਹ ਨਹੀਂ ਸੀ ਪੁੱਛਿਆ, ਇਹ ਪੁੱਛਣਾ ਸੀਗਾ। ਉਹਦੇ ਨਾਲੋਂ ਬੈਟਰ ਹੈ ਕਿ ਅਗਰ ਤੁਹਾਡੇ ਮੂਹਰੇ ਕੋਈ ਚੀਜ਼ ਆਂਦੀ ਆ, ਤਾਂ ਅੱਜ ਕੱਲ ਤਾਂ ਸੋਸ਼ਲ ਮੀਡੀਆ, ਈਵਨ ਕਿ ਜਿਹੜਾ ਗੂਗਲ ਤੇ YouTube, ਦੋ ਇਹੋ ਜਿਹੀਆਂ ਚੀਜ਼ਾਂ ਆ ਕਿ ਤੁਸੀਂ ਇਹ ਤੋਂ ਜੋ ਮਰਜ਼ੀ ਪੁੱਛ ਲਓ, ਤੁਹਾਡੇ ਸਾਹਮਣੇ 1000 ਉਹਦੇ ਆਨਸਰ ਆ ਜਾਣਗੇ। ਤੋ ਇਸ ਲਈ ਜੋ ਵੀ ਤੁਸੀਂ ਅਗਰ ਕਿਸੇ ਦੇ ਕੋਈ ਹੈ ਇੰਟਰਸਟਿਡ ਕਿ ਮੈਂ ਇਸ ਬਿਜ਼ਨਸ ਨੂੰ ਕਰਨਾ ਚਾਹੁੰਦਾ ਆ, ਤਾਂ ਤੁਸੀਂ ਆਪਣੇ ਬਿਹਾਫ ਤੇ ਸਰਚ ਕਰੋ। ਤੁਹਾਨੂੰ ਜਦੋਂ ਉਹਦੇ ਤੇ ਪੂਰੀ ਸੈਟਿਸਫੈਕਸ਼ਨ ਹੋ ਜਾਵੇ ਤਾਂ ਤੁਸੀਂ ਉਸ ਨੂੰ ਐਂਟਰ ਕਰੋ। ਮੈਂ ਆਪਣੀ ਐਗਜ਼ਾਮਪਲ ਲਵਾਂਗੀ ਕਿ ਜਦੋਂ ਮੈਨੂੰ ਇਸ ਬਿਜ਼ਨਸ ਬਾਰੇ ਪਤਾ ਲੱਗਾ, ਮੈਂ ਇਹੋ ਜਿਹੀ ਇਨਸਾਨ ਆ, ਮੈਂ ਕਿਸੇ ਦੇ ਉੱਤੇ ਬਲਾਈਂਡ ਫੇਥ ਨਹੀਂ ਕਰਦੀ। ਅਗਰ ਮੈਨੂੰ ਪੂਰੀ ਸੈਟਿਸਫੈਕਸ਼ਨ ਕਿਸੇ ਚੀਜ਼ ਦੀ ਹੁੰਦੀ ਹੈ, ਮੈਂ ਫੇਰ ਹੀ ਉਹਦੇ ਵੱਲ ਸਟੈਪ ਚੱਕਦੀ ਹਾਂ, ਅਦਰਵਾਈਜ਼ ਨਹੀਂ ਚੱਕਦੀ। ਬਿਲਕੁਲ ਰਾਈਟ ਹੋਣਾ ਵੀ ਏਦਾਂ ਹੀ ਚਾਹੀਦਾ ਆ। ਹਾਂਜੀ, ਜਦੋਂ ਮੈਨੂੰ ਪਤਾ ਲੱਗਾ, ਇਹ ਠੀਕ ਹੈ ਕਿ ਮੈਂ ਉਹਨਾਂ ਨਾਲ ਕੰਟੈਕਟ ਕੀਤਾ, ਉਹਨਾਂ ਤੋਂ ਹਰ ਚੀਜ਼ ਦੀ ਨੌਲੇਜ ਲਈ, ਬਟ ਮੈਂ ਆਪਣੇ ਬਿਹਾਫ ਤੇ ਸਰਚ ਨਹੀਂ ਛੱਡੀ। ਮੈਂ ਆਪਣੇ ਬਿਹਾਫ ਤੇ ਗੂਗਲ ਤੇ ਸਰਚ ਕੀਤੀ, YouTube ਤੇ ਸਰਚ ਕੀਤੀ। ਈਵਨ ਕਿ ਮੈਂ ਹਰ ਇੱਕ ਦੀ ਜੋ ਵੀ ਮੇਰੇ ਸਾਹਮਣੇ, ਜਿਸ ਤਰ੍ਹਾਂ ਵੀ ਮੈਂ ਉਹਨਾਂ ਨੂੰ ਸਰਚ ਕੀਤਾ, ਜੋ ਮੈਨੂੰ ਨੋਟਿਸ ਵਿੱਚ ਆਉਂਦਾ ਰਿਹਾ, ਮੈਂ ਉਹਨਾਂ ਬਾਰੇ ਵੀ ਸਰਚ ਕੀਤੀ। ਜਦੋਂ ਮੈਨੂੰ ਹੋ ਗਿਆ ਕਿ ਨਹੀਂ, ਇਟ ਇਜ਼ ਵੈਰੀ ਗੁੱਡ ਓਪਰਚੁਨਿਟੀ, ਇਹਨੂੰ ਗਵਾਉਣਾ ਨਹੀਂ ਚਾਹੀਦਾ, ਸੋ ਮੈਂ ਇਸ ਨੂੰ ਫਿਰ ਜੁਆਇਨ ਕਰ ਲਿਆ। ਸੋ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਸਹੀ ਟਾਈਮ ਤੇ ਸਹੀ ਡਿਸੀਜ਼ਨ ਲਿਆ, ਜਿਹਦੇ ਬਾਰੇ ਸਾਨੂੰ ਰਿਗਰੈਟ ਨਹੀਂ ਕਰਨਾ ਪਏਗਾ ਕਿ ਅਸੀਂ ਗਲਤ ਡਿਸੀਜ਼ਨ ਲਿਆ ਸੀ ਜਾਂ ਇਸ ਨਹੀਂ ਕਰਨਾ ਚਾਹੀਦਾ ਸੀ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਹਾਂਜੀ, ਬਹੁਤ ਵਧੀਆ ਤੇ ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਦਿੱਤੀ ਆ। ਤੇ ਰਣਜੀਤ, ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਤੇ ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਆਪਣੇ ਵਿਊਅਰਸ ਜਿਹੜੇ ਹੁਣ ਦੇਖ ਰਹੇ ਨੇ ਜਾਂ ਜਿਹੜੇ ਸਾਨੂੰ ਬਾਅਦ ਵਿੱਚ ਦੇਖਣਗੇ, ਤੁਸੀਂ ਉਹਨਾਂ ਲਈ ਆਪਣਾ ਕੀ ਮੈਸੇਜ ਛੱਡਣਾ ਚਾਹੁੰਦੇ ਹੋ? ਹਾਂਜੀ, ਮੈਂ ਉਹਨਾਂ ਨੂੰ, ਜਿਹੜੇ ਵਿਊਅਰਸ ਆ, ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ, ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਅੱਜ ਤੱਕ ਨਹੀਂ ਕਰ ਪਾਈ, ਮੈਂ ਅੱਗੇ ਕਰਨਾ ਆ, ਤਾਂ ਤੁਹਾਨੂੰ ਉਹਦੇ ਲਈ ਸਟੈਪ ਚੱਕਣਾ ਹੀ ਪਏਗਾ, ਤੁਹਾਨੂੰ ਅੱਗੇ ਵਧਣਾ ਹੀ ਪਏਗਾ। ਅਗਰ ਅਸੀਂ ਉੱਥੇ ਖੜੇ ਹੋ ਕੇ ਦੇਖਦੇ ਰਹਾਂਗੇ ਤਾਂ ਸਾਡੇ ਹੱਥਾਂ ਵਿੱਚ ਕੁਝ ਨਹੀਂ ਹੋਣਾ। ਅਗਰ ਅਸੀਂ ਕਿਸੇ ਚੀਜ਼ ਨੂੰ ਪਾਉਣਾ ਹੈ, ਆਪਣੀ ਮੰਜ਼ਿਲ ਤੱਕ ਜਾਣਾ ਹੈ ਨਾ, ਤਾਂ ਉਹਦੇ ਵਾਸਤੇ ਸਾਨੂੰ ਇੱਕ ਸਟੈਪ ਅੱਗੇ ਲੈਣਾ ਹੀ ਪਏਗਾ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਅਦਰਵਾਈਜ਼ ਅਸੀਂ ਉੱਥੇ ਦੀ ਉੱਥੇ ਹੀ ਖੜੇ ਰਹਾਂਗੇ। ਸੋ ਅਗਰ ਤੁਸੀਂ ਵੀ ਇਸ ਨੂੰ ਆਉਣਾ ਚਾਹੁੰਦੇ ਹੋ, ਇਹ ਨਹੀਂ ਕਿ ਮੈਂ ਆਪਣੇ ਬਿਜ਼ਨਸ ਨਾਲ ਰਿਗਾਰਡਿੰਗ ਗੱਲ ਕਰ ਰਹੀ ਹਾਂ, ਨਹੀਂ, ਕਿਸੇ ਵੀ ਚੀਜ਼ ਨਾਲ, ਅਗਰ ਤੁਸੀਂ ਕਿਸੇ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ। ਕਿਸੇ ਵੀ ਫੀਲਡ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹੋ, ਉਹਦੇ ਬਾਰੇ ਡੀਪਲੀ ਨੌਲੇਜ ਲਓ, ਸਟੱਡੀ ਕਰੋ, ਉਹਦੇ ਬਾਰੇ ਇਨਫੋਰਮੇਸ਼ਨ ਕਲੈਕਟ ਕਰੋ, ਤੇ ਫਿਰ ਉਸਦੇ ਨਾਲ ਰਿਗਾਰਡਿੰਗ ਤੁਸੀਂ ਆਪਣਾ ਡਿਸੀਜ਼ਨ ਬਣਾਓ। ਅਗਰ ਜਦੋਂ ਤੁਸੀਂ ਡੀਪਲੀ ਸਟੱਡੀ ਕਰਕੇ ਡਿਸੀਜ਼ਨ ਬਣਾਉਂਦੇ ਹੋ, ਤਾਂ ਤੁਹਾਨੂੰ ਕਦੇ ਵੀ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ। ਕਦੇ ਵੀ ਤੁਸੀਂ ਉਹਦੇ ਉੱਤੇ ਰਿਗਰੈਟ ਨਹੀਂ ਕਰਦੇ ਕਿ ਮੈਨੂੰ ਇਹ ਪਛਤਾਵਾ ਆ ਕਿ ਮੈਂ ਕਿਉਂ ਕੀਤਾ। ਨਹੀਂ, ਕਦੇ ਵੀ ਇਹੋ ਜਿਹੀ ਕੋਈ ਕਦੇ ਸਿਚੁਏਸ਼ਨ ਨਹੀਂ ਆਉਂਦੀ। ਸੋ ਫਸਟ ਆਫ ਆਲ, ਡੀਪ ਸਟੱਡੀ, ਡੀਪ ਨੌਲੇਜ, ਇਹਦੇ ਨਾਲ ਹੀ ਤੁਸੀਂ ਅੱਗੇ ਵਧਦੇ ਹੋ। ਸੋ ਮੈਂ ਇਹੀ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਬੀ ਪੋਜ਼ਿਟਿਵ ਰਹੋ, ਬੀ ਪ੍ਰੈਕਟੀਕਲ ਰਹੋ। ਹਾਂਜੀ, ਬਿਲਕੁਲ ਰਣਜੀਤ, ਤੁਸੀਂ ਬਹੁਤ ਵਧੀਆ ਗੱਲ ਕਹੀ ਆ ਕਿ ਪਹਿਲਾਂ ਤੋਂ ਤੁਹਾਨੂੰ ਆਪਣਾ ਜਿਹੜਾ ਮਾਈਂਡ ਆ ਉਹ ਪੋਜ਼ਿਟਿਵ ਰੱਖਣਾ ਚਾਹੀਦਾ ਆ, ਤਾਂ ਕਿ ਤੁਸੀਂ ਜੋ ਆਪਣਾ ਇੱਕ ਟਾਰਗੇਟ ਚੁਣ ਲਿਆ ਆ ਉਹਦੇ ਤੇ ਪਹੁੰਚ ਸਕੋ। ਤੇ ਸਾਡਾ ਵੀ ਜਿਹੜਾ ਇਹਦਾ ਮੇਨ ਜਿਹੜਾ ਮਕਸਦ ਆ ਇਸ ਚੀਜ਼ ਲਈ ਲੋਕਾਂ ਨੂੰ ਅਵੇਅਰ ਕਰਨਾ, ਕਿ ਮੀਨਸ ਤੁਸੀਂ ਜਿਹੜੇ ਹਾਰਡ ਵਰਕ ਕਰਦੇ ਹੋ, ਇੱਕ ਸਮਾਰਟ ਵਰਕ ਨੇ, ਸਾਡੇ ਲੋਕਾਂ ਦੇ ਵਿੱਚ ਇੱਕ ਲੈਕ ਆਫ ਨੌਲੇਜ ਆ, ਇਹਨਾਂ ਚੀਜ਼ਾਂ ਤੇ ਇੰਟਰਸਟ ਉਹਨਾਂ ਦਾ ਬਿਲਡ ਨਹੀਂ ਹੁੰਦਾ ਜਲਦੀ। ਬਟ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਰੋ, ਇਹ ਕਰੋ, ਉਹ ਕਰੋ, ਮੀਨਸ ਹਾਂ, ਆਪਣੇ ਬਿਹਾਫ ਤੇ ਤੁਸੀਂ ਸਰਚ ਕਰੋ, ਅੱਗੇ ਆਓ, ਜ਼ਰੂਰ ਕਾਮਯਾਬ ਹੋਵੋ ਉਸ ਚੀਜ਼ ਦੇ ਵਿੱਚ ਆ ਕੇ, ਤੇ ਆਪਣਾ ਇੱਕ ਨਾਮ ਬਣਾਓ, ਤੇ ਆਪਣੇ ਘਰ ਬੈਠ ਕੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸੰਭਾਲੋ, ਆਪਣੀ ਫੈਮਿਲੀ ਦੇ ਵਿੱਚ ਵੀ ਰਹੋ, ਟਾਈਮ ਸਪੈਂਡ ਕਰੋ, ਤੇ ਆਪਣਾ ਅਰਨ ਵੀ ਕਰੋ। ਤੇ ਜੇ ਇਹ ਮੌਕਾ ਅਸੀਂ ਲੈ ਰਹੇ ਹਾਂ, ਤੇ ਤੁਸੀਂ ਵੀ ਇਸ ਮੌਕੇ ਨੂੰ ਨਾ ਜਾਣ ਦਿਓ।
ਸਿਰਫ ਬਿਲਕੁਲ ਸਾਡਾ ਮਕਸਦ ਇਹ ਹੁੰਦਾ ਆ ਕਿ ਬਾਕੀ ਸਾਡਾ ਇੱਕ ਲਾਈਵ ਕਰਨ ਦਾ ਜਿਹੜਾ ਮੇਨ ਮਕਸਦ ਆ ਉਹ ਇਹ ਹੁੰਦਾ ਆ ਕਿ ਲੋਕਾਂ ਤੱਕ ਜਿਹੜੇ ਸਵਾਲ ਸਾਨੂੰ ਰੋਜ਼ ਇਨਕੁਆਇਰੀਜ਼ ਆਉਂਦੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਲਾਈਵ ਰੱਖਦੇ ਹੁੰਦੇ ਆ ਕਿ ਤਾਂ ਕਿ ਹਰ ਇੱਕ ਇਨਸਾਨ ਦਾ ਅਲੱਗ-ਅਲੱਗ ਜੋ ਵੀ ਸਵਾਲ ਹੁੰਦਾ ਆ ਉਹ ਇੱਕ ਲਾਈਵ ਦੇ ਥਰੂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਅਸੀਂ ਦੇ ਸਕੀਏ। ਬਿਲਕੁਲ ਹੋਪ ਸੋ ਸਾਰਿਆਂ ਨੂੰ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ। ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ ਸਾਡੇ ਬਿਜ਼ਨਸ ਪਾਰਟਨਰ ਰਣਜੀਤ ਮਾਣੀ ਜੀ ਨੇ। ਤੇ ਹੁਣ ਅਸੀਂ ਵਿਦਾ ਲੈਂਦੇ ਹਾਂ ਤੁਹਾਡੇ ਤੋਂ ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਨੈਕਸਟ ਲਾਈਵ ਦੇ ਵਿੱਚ ਇੱਕ ਨਵੇਂ ਬਿਜ਼ਨਸ ਪਾਰਟਨਰ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।